ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ। ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਯਾਹੀ ਕਾਜ ਧਰਾ ਹਮ ਜਨਮੰ ਸਮਝਿਲਹੁ ਸਾਧੂ ਸਭ ਮਨ ਮੰ। ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ। ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ। ਦਸਮ ਕਥਾ ਭਗਉਤ ਕੀ ਪਾਖਾ ਕਰੀ ਬਨਾਏ। ਅਵਰ ਵਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਏ। ਮੁਖ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਕਬ ਜਨਮ ਕਥਨੰ ਚੌਪਈ। ਮੋਰ ਪਿਤ ਪੂਰਬ ਕੀਯਸ ਪਯਾਨਾ। ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤ ਤਿਰ ਬੇਣੀ ਪਏ। ਪੁੰਨ ਦਾਨ ਦਿਨ ਕਰਤ ਬਿਤਏ। ਮੁਰ ਪਿਤ ਪੂਰਬ ਕੀਯਸ ਪਯਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਜੀ ਦੀ ਆਤਮਿਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਥ।
ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਵਡਭਾਗੀ ਹੋ, ਕਰਮਾਂ ਵਾਲੇ ਹੋ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਨਿਤਨੇਮ ਦੀ ਮਰਿਆਦਾ ਅਨੁਸਾਰ ਗੁਰੂ ਮਹਾਰਾਜ ਜੀ ਦੀ ਧੁਰ ਕੀ ਬਾਣੀ ਸੋਧਾਰ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਸਿਮਰਨ ਕਰਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਜੋ ਆਪਾਂ ਕੁਝ ਦਿਨਾਂ ਤੋਂ ਸ੍ਰੀ ਬਚਿੱਤਰ ਨਾਟਕ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ, ਉਹ 2-3 ਦਿਨ ਸਮਾਗਮ ਹੋਣੇ ਕਰਕੇ ਆਪਾਂ ਨਹੀਂ ਕੀਤੀ ਸੀ। ਇਸੇ ਤਰ੍ਹਾਂ ਅੱਜ ਉਸ ਲੜੀ ਨੂੰ ਜੋੜਦਿਆਂ ਹੋਇਆਂ ਜੋ ਕੁਝ ਕਥਾ ਬਚਿੱਤਰ ਨਾਟਕ ਬਾਣੀ ਦੀ ਰਹਿੰਦੀ ਹੈ, ਉਹ ਅੱਜ ਆਪਾਂ ਫਿਰ ਸਰਵਣ ਕਰ ਲਈ ਜੁੜ ਬੈਠੇ ਹਾਂ। ਜਿਵੇਂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਕਿ ਸਾਨੂੰ ਅਕਾਲ ਪੁਰਖ ਨੇ ਆਗਿਆ ਕੀਤੀ, ਜਦੋਂ ਅਸਾਂ ਨੇ ਹੇਮਕੁੰਟ ਦੀ ਧਰਤੀ 'ਤੇ ਤਪ ਕੀਤਾ, ਉਸ ਵੇਲੇ ਪਰਮੇਸ਼ਰ ਵਾਹਿਗੁਰੂ ਨੇ ਉਹਦੇ ਨਾਲ ਭੇਦ ਹੋਏ। ਅਸੀਂ ਤੈ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਰਾਧੀ, ਇਹ ਬਿਦ ਕਰ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਇਓ। ਇੱਕ ਰੂਪ ਹੋ ਗਏ। ਇੱਧਰ ਮਾਤਾ ਪਿਤਾ ਜੀ ਨੇ ਤਪ ਕੀਤਾ ਸੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਮਾਤਾ ਗੁਜਰੀ ਜੀ ਨੇ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤੇ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਇ ਪ੍ਰਸੰਨ ਗੁਰਦੇਵਾ। ਇਹ ਅਕਾਲ ਪੁਰਖ ਪ੍ਰਸੰਨ ਹੋਏ। ਜਬ ਆਇਸ ਪ੍ਰਭ ਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਤਾਂ ਕਹਿੰਦੇ ਅਸਾਂ ਨੇ ਅਵਤਾਰ ਇਸ ਕਲਯੁਗ ਦੇ ਵਿੱਚ ਲਿਆ। ਅਤੇ ਖਾਲਸਾ ਜੀ ਸਾਡੇ ਅਵਤਾਰ ਧਾਰਨ ਦਾ ਇਹੀ ਕਾਰਨ ਸੀ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹੀ ਸਾਨੂੰ ਆਗਿਆ ਕੀਤੀ ਸੀ ਅਕਾਲ ਪੁਰਖ ਨੇ ਕਿ ਅਕਾਲੀ ਧਰਮ ਨੂੰ ਤੋਰਨਾ, ਅੱਗੇ ਸੰਤਾਂ ਨੂੰ ਬਚਾਉਣਾ ਹੈ ਅਤੇ ਦੁਸ਼ਟਾਂ ਦਾ ਨਾਸ਼ ਕਰਨਾ ਹੈ। ਅਕਾਲ ਪੁਰਖ ਨੇ ਕਿਹਾ ਸੀ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਵੀ ਜਿੱਥੇ ਕਿੱਥੇ ਵੀ ਜਾ ਕੇ ਤੁਸੀਂ ਧਰਮ ਨੂੰ ਚਲਾਉਣਾ ਹੈ, ਅਤੇ ਜਿਹੜੇ ਕਬੁੱਧ ਖੋਟੀ ਬੁੱਧੀ ਵਾਲੇ ਰਾਜੇ ਮਹਾਰਾਜੇ ਹੋਰ ਲੋਕ ਹੋ ਚੁੱਕੇ ਹੈ, ਰਾਜੇ ਸੀਹ ਮੁਕੱਦਮ ਕੁੱਤੇ ਜਾਏ, ਬੈਠੇ ਜਗਾਇਣ ਸੁੱਤੇ, ਕਲਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਇਸ ਤਰ੍ਹਾਂ ਤੁਸੀਂ ਅਵਤਾਰ ਲਓ ਅਤੇ ਦੁਸ਼ਟਾਂ ਦਾ ਨਾਸ਼ ਕਰੋ। ਦੁਸ਼ਟਾਂ ਜਿਹੜੇ ਧਰਮ ਦੇ ਵਿਰੋਧੀ ਲੋਕ, ਉਹਨਾਂ ਦੀ ਹੋਂਦ ਖਤਮ ਕਰੋ। ਖਾਲਸਾ ਜੀ ਉਸ ਵੇਲੇ ਅਕਾਲ ਪੁਰਖ ਦੀ ਆਗਿਆ ਹੋਈ। ਅਸਾਂ ਨੇ ਕਿਹਾ, ਠਾਢ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਇਹ ਅਕਾਲ ਪੁਰਖ, ਇਹ ਪੰਥ ਧਰਮ ਦੇ ਪਹਿਲਾਂ ਹੀ ਬੜੇ ਚੱਲੇ ਹੋਏ ਆ, ਪਰ ਜਿਹੜੇ ਧਰਮ ਦੀ ਤੁਸੀਂ ਗੱਲ ਕਰਦੇ ਤਾਂ ਚੱਲੇਗਾ ਜੇ ਤੁਸੀਂ ਸਹਾਇਤਾ ਕਰੋ, ਤੁਸੀਂ ਰੱਖਿਆ ਕਰੋ। ਅਤੇ ਮਹਾਰਾਜ ਜੀ ਦਾ ਰਹਿਰਾਸ 'ਚ ਬਾਣੀ 'ਚ ਆਉਂਦਾ ਹੈ, ਮਹਾਂਕਾਲ ਰਖਵਾਰ ਹਮਾਰੋ, ਮਹਾਂ ਲੋਹ ਮੈਂ ਕਿੰਕਰ ਥਾਰੋ,
ਆਪਣਾ ਜਾਨ ਮੁਝੈ ਪ੍ਰਤ ਪਰੀਐ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਦੇਗ ਜਗ ਮੈਂ ਦੋ ਚੱਲੈ, ਰਾਖ ਆਪ ਮੋਹਿ ਔਰ ਨਾ ਦਲੈ। ਸੱਚਾ ਪਾਤਸ਼ਾਹ ਆਪ ਹੀ ਰੱਖੋ, ਹੋਰ ਕੋਈ ਦਲ ਮਲ ਨਾ ਸਕੇ। ਤੇ ਦੇਗ ਲੰਗਰ ਵੀ ਚੱਲੇ ਤੇ ਤੇਗ ਵੀ ਚੱਲੇ, ਇਕੱਲਾ ਲੰਗਰ ਹੀ ਨਾ ਚੱਲੇ। ਜਿਵੇਂ ਸਤਿਗੁਰੂ ਜੀ ਨੇ ਆਸ਼ੀਰਵਾਦ ਦੇ ਸਨ ਅਤੇ ਗੁਰੂ ਸਾਹਿਬ ਜੀ ਦਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨਾਂ ਨੇ ਤਪ ਕੀਤਾ, ਸੱਚੇ ਪਾਤਸ਼ਾਹ ਜੀ ਦਾ ਜਿਵੇਂ ਅਵਤਾਰ ਹੋਇਆ, ਉਹ ਕਥਾ ਸਾਧ ਸੰਗਤ ਜੀ ਅੱਜ ਦੇ ਇਸ ਅਧਿਆਏ ਬਚਿੱਤਰ ਨਾਟਕ 'ਚ ਆ ਰਹੀ ਹੈ, ਜੋ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਹਨ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਕਬ ਜਨਮ ਕਥਨੰ ਚੌਪਈ। ਮੋਰ ਪਿਤ ਪੂਰਬ ਕੀਅਸ ਪਇਆਨਾ। ਆਥ ਕਹੀਏ ਹੁਣ। ਉੱਪਰ 6 ਅਧਿਆਏ ਹੋ ਚੁੱਕੇ ਹੈ। ਆਥ ਦਾ ਅਰਥ ਹੁੰਦਾ ਹੁਣ, ਇਸ ਤੋਂ ਉਪਰੰਤ, ਇਸ ਤੋਂ ਬਾਅਦ, ਇਸ ਤੋਂ ਪਛਾਤ, ਇਸ ਤੋਂ ਪਿੱਛੇ। ਸਿੱਧਾ ਅਰਥ ਹੁਣ। ਇਹ ਹੁਣ ਕਬ ਕਹੀਏ ਕਵੀ। ਕਵੀ ਕੌਣ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦੀ ਆਪਣੀ ਰਚਨਾ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਜੀ ਜਨਮ ਕਥਨ, ਆਪਣੇ ਅਵਤਾਰ, ਕਿ ਸਾਡਾ ਅਵਤਾਰ ਕਿੱਥੇ ਹੋਇਆ, ਕਿਵੇਂ ਹੋਇਆ, ਕਿੱਥੇ ਫਿਰ ਅਸੀਂ ਚਲੇ ਗਏ, ਕੀ ਕੀਤਾ, ਇਹ ਸੂਤਰ ਰੂਪ ਵਿੱਚ ਹੀ ਛੋਟੇ ਜਿਹੇ 24 ਛੰਦ ਦੇ ਵਿੱਚ ਮਹਾਰਾਜ ਸੂਤਰ ਰੂਪ ਵਿੱਚ ਹੀ ਕਥਨ ਕਰ ਰਹੇ ਹਨ। 24 ਛੰਦ ਹੈ। ਮੋਰ ਪਿਤ ਪੂਰਬ ਕੀਅਸ ਪਇਆਨਾ। ਜਿਵੇਂ ਖਾਲਸਾ ਜੀ ਜਿਹੜੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਅਨੰਦਪੁਰ ਸਾਹਿਬ ਇੱਥੇ ਰਹਿੰਦਿਆਂ ਪੂਰਬ ਦੀ ਯਾਤਰਾ ਵਾਸਤੇ ਜਿਹੜਾ ਪਿਆਨਾ ਕੀਤਾ, ਜੋ ਰਾਜਾ ਸੀ ਬਿਸ਼ਨ ਸਿੰਘ, ਉਸ ਦੀ ਰੱਖਿਆ ਕਰਨ ਵਾਸਤੇ। ਅਤੇ ਮੋਰਪਿਤ ਸਾਡੇ ਪਿਤਾ ਜੀ ਨੇ ਜਦੋਂ ਪੂਰਬ ਕਹੀਏ ਚੜ੍ਹਦੇ ਵੱਲ ਅਨੰਦਪੁਰ ਸਾਹਿਬ ਤੋਂ ਚੱਲਣਾ ਕੀਤਾ। ਭਾਂਤ ਭਾਂਤ ਕੇ ਤੀਰਥ ਨਾਨਾ। ਜਾਂਦਿਆਂ ਫਿਰ ਕਾਂਸੀ ਆਦਿਕ, ਹਰਿਦੁਆਰ ਇਤਿਆਦਿਕ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੀਰਥ ਸਨ, ਬਹੁਤ ਤੀਰਥਾਂ ਉੱਪਰ ਇਸ਼ਨਾਨ ਕੀਤੇ ਮਹਾਰਾਜ ਜੀ ਨੇ। ਜਬ ਹੀ ਜਾਤ ਤ੍ਰਿਬੇਣੀ ਭਏ। ਜਦੋਂ ਹੀ ਸਤਿਗੁਰੂ ਜਾਂਦਿਆਂ ਤ੍ਰਿਬੇਣੀ ਵਿਖੇ ਗਏ, ਇਲਾਹਾਬਾਦ, ਜਿੱਥੇ ਪ੍ਰਯਾਗਰਾਜ ਹੈ, ਗੰਗਾ ਜਮਨਾ ਸਰਸਵਤੀ ਤਿੰਨਾਂ ਨਦੀਆਂ ਦਾ ਸੁਮੇਲ ਹੈ, ਉਹ ਤ੍ਰਿਬੇਣੀ ਹੈ। ਸੰਗਮ ਤ੍ਰਿਬੇਣੀ, ਸੰਗਮ ਪ੍ਰਯਾਗਰਾਜ। ਜਦੋਂ ਉੱਥੇ ਮਹਾਰਾਜ ਪਹੁੰਚੇ ਹਨ ਇਲਾਹਾਬਾਦ। ਪੁੰਨ ਦਾਨ ਦਿਨ ਕਰਤ ਬਿਤਏ। ਤੇ ਮਹਾਰਾਜ ਜੀ ਨੇ ਉੱਥੇ ਪੁੰਨ ਕਰਦਿਆਂ, ਦਾਨ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੇ ਜਿਹੜੇ ਦਿਨ ਬਤੀਤ ਕੀਤੇ। ਉੱਥੇ 6 ਮਹੀਨੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਰਹੇ। ਧਰਮ ਵਿਜੇ ਸ਼ਾਸਤਰ ਗ੍ਰੰਥ 'ਤੇ ਲਿਖਿਆ ਹੋਇਆ ਹੈ, ਭਾਈ ਦਿਆਲਾ, ਭਾਈ ਸਤੀ ਰਾਮ, ਭਾਈ ਮਤੀ ਦਾਸ, ਮਾਮਾ ਕਿਰਪਾਲ ਚੰਦ, ਸਤਿਗੁਰ ਜੀ ਦੇ ਮਾਤਾ ਨਾਨਕੀ ਜੀ, 6ਵੇਂ ਪਾਤਸ਼ਾਹ ਗੁਰੂ ਸਾਹਿਬ ਜੀ ਦੇ ਮਹਿਲ, ਮਾਤਾ ਗੁਜਰੀ ਜੀ ਇਤਿਆਦਿਕ ਸਿੱਖ ਸੰਗਤ ਦਾ ਕਾਫਲਾ, ਸਾਰੇ ਸਤਿਗੁਰੂ ਜੀ ਨਾਲ ਅਨੰਦਪੁਰ ਸਾਹਿਬ ਹੋ ਗਏ ਸਨ। ਅਤੇ ਇਲਾਹਾਬਾਦ ਸੱਚੇ ਪਾਤਸ਼ਾਹ ਜੀ ਨੇ ਪੜਾਅ ਕੀਤਾ ਪ੍ਰਯਾਗਰਾਜ 'ਤੇ। ਜਦੋਂ ਇੱਥੇ ਪਹੁੰਚੇ ਹੈ
ਉਦੋਂ ਹੀ ਕਹਿੰਦੇ ਮਾਤਾ ਨਾਨਕੀ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ, ਇਹ ਉਹ ਫੁਰਨਾ ਮਨ 'ਚ ਆਇਆ ਹੈ ਕਿ ਜੋ ਗੁਰੂ ਮਹਾਰਾਜ ਪਤੀ ਜੀ ਨੇ ਬਚਨ ਕੀਤੇ ਸਨ ਉਹ ਹਜੇ ਤੱਕ ਵਾਪਰੇ ਨਹੀਂ ਹੈ, ਪੂਰੇ ਨਹੀਂ ਹੋਏ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਦਿਨ ਬੇਨਤੀ ਕੀਤੀ ਕਿ ਵੇਖੋ ਗੁਰੂ ਮਹਾਰਾਜ ਜੀ, ਕਿ ਪਿਤਾ ਤੁਹਾਡੇ ਗੁਰੂ ਜੀ ਦਾ ਫਰਮਾਨ ਸੀ, ਬਚਨ ਸੀ ਕਿ ਜਦੋਂ ਅਸਾਂ ਨੇ ਕਿਹਾ ਵੀ ਸਾਨੂੰ ਵੀ ਮਹਾਰਾਜ ਅਸੀਂ ਸੱਚਖੰਡ ਨਾਲ ਜਾਣਾ ਚਾਹੁੰਦੇ ਹਾਂ, ਤਾਂ ਉਹਨਾਂ ਕਿਹਾ ਸੀ ਕਿ ਦੇਖ ਨਾਨਕੀ, ਜਦੋਂ ਤੁਹਾਡੇ ਸਪੁੱਤਰ ਦੇ ਘਰ ਗਾਂ ਅੱਗੇ ਸਪੁੱਤਰ ਹੋਣਗੇ, ਭਾਵ ਤੁਹਾਡੇ ਪੋਤਰੇ, ਉਹ ਬਹੁਤ ਕੌਤਕ ਕਰਨਗੇ, ਉਹਨਾਂ ਨੂੰ ਖਿਡਾ ਕੇ ਪੋਤਰੇ ਨੂੰ ਕੌਤਕ ਦੇ ਕੇ ਅਤੇ ਫਿਰ ਆਉਣਾ। ਇਹ ਬਚਨ ਕੀਤੇ ਸੀ। ਅਤੇ ਮਾਤਾ ਨਾਨਕੀ ਜੀ ਨੇ ਕਿਹਾ ਵੀ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ, ਹੁਣ ਉਹ ਤੁਹਾਨੂੰ ਵੇਖ ਲਓ ਵੀ 45 ਸਾਲ ਤੁਹਾਡੀ ਉਮਰ ਹੋ ਗਈ ਆ, ਕਿਉਂਕਿ 1621 ਦੇ ਬਿਕਰਮੀ ਈਸਵੀ ਦੇ ਵਿੱਚ 1678 ਬਿਕਰਮੀ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ। ਕਈ 1633 ਕਹੀ ਜਾਂਦੇ, ਉਹ ਗਲਤ ਹੈ। ਅਤੇ ਉਦੋਂ ਅਤੇ ਗੁਰੂ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ 10ਵੇਂ ਪਾਤਸ਼ਾਹ ਜੀ ਦਾ, ਉਦੋਂ 1723 ਬਿਕਰਮੀ ਸੰਮਤ ਸੀ, ਐਵੇਂ 45 ਸਾਲ ਸਨ ਹੋ ਗਏ। 33 ਸਾਲ ਬਾਅਦ ਨਹੀਂ ਮਹਾਰਾਜ ਹੋਏ, 45 ਸਾਲ ਹੋ ਗਏ। ਮਾਤਾ ਨਾਨਕੀ ਜੀ ਨੇ ਕਿਹਾ ਵੇਖੋ ਮਹਾਰਾਜ ਜੀ 45 ਸਾਲ ਉਮਰ ਹੋ ਗਈ ਹੈ, ਪਿਤਾ ਗੁਰੂ ਤੁਹਾਡੇ ਦੇ ਬਚਨ ਸਨ ਵੀ ਪੋਤਰੇ ਨੂੰ ਖਿਡਾ ਕੇ ਆਉਣਾ, ਕੌਤਕ ਦੇਖ ਕੇ ਆਉਣਾ, ਅਤੇ ਹਜੇ ਤੱਕ ਕੋਈ ਇੱਛਾ ਪੂਰੀ ਨਹੀਂ ਹੋਈ। 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਮਾਤਾ ਜੀ ਇਹ ਅਕਾਲ ਪੁਰਖ ਦੇ ਅਧੀਨ ਹੈ, ਉਹ ਕਰ ਸਕਦੇ ਸਭ ਕੁਝ ਹੈ, ਬਾਕੀ ਚਲੋ ਜੇ ਤੁਹਾਡੀ ਇੱਛਾ ਹੈ, ਜੇ ਤੁਸੀਂ ਆਪਣੀ ਕਾਮਨਾ ਪੂਰੀ ਕਰਨੀ ਚਾਹੁੰਦੇ ਹੋ ਤਾਂ ਫਿਰ ਧੁਰਕੀ ਬਾਣੀ ਦਾ ਅਖੰਡ ਪਾਠ ਸਾਹਿਬ ਕਰੋ। ਇੱਕ ਇਹ ਉੱਥੋਂ ਹੀ ਮਰਿਆਦਾ ਚੱਲੀ ਸ੍ਰੀ ਅਖੰਡ ਪਾਠ ਸਾਹਿਬ ਦੀ। 6ਵੇਂ ਪਾਤਸ਼ਾਹ ਜੀ ਤੋਂ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਲਾਈ ਹੈ। ਕਈ ਕਹਿੰਦੇ ਜੀ ਬਾਅਦ ਚੱਲੀ ਹੈ, ਪਹਿਲਾਂ ਤਾਂ ਸਹਿਜ ਪਾਠ ਹੀ ਹੁੰਦੇ ਸਨ, ਇਹ ਤਾਂ ਖਾਲਸੇ ਨੇ ਚਲਾਈ। ਨਹੀਂ, ਖਾਲਸੇ ਨੇ ਨਹੀਂ ਚਲਾਈ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਰਿਆਦਾ ਚਲਾਈ ਅਖੰਡ ਪਾਠ ਸਾਹਿਬ ਦੀ। ਮਨੁੱਖ ਦੀ ਵਿਚਾਰੀ ਦੀ ਕੀ ਨਹੀਂ ਮੱਤ ਹੈ ਕਿ ਉਹ ਆਪਣੇ ਆਪ ਕੋਈ ਨਾ ਕੋਈ ਨਵਾਂ ਖੜਾ ਕਰ ਲੇ ਕੰਮ। ਇਹ ਤਾਂ ਗੁਰੂ ਸਾਹਿਬ ਹੀ ਤੋਰ ਕੇ ਜੋ ਗਏ, ਮਰਿਆਦਾ ਉਹੀ ਚੱਲ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਮਾਤਾ ਜੀ ਫਿਰ ਰਲ ਮਿਲ ਕੇ ਸਾਰੇ ਪਾਠ ਕਰੋ, ਸਹਿਜ ਪਾਠ। ਸਿੰਘਾਂ ਨੇ ਭਾਈ ਮਤੀ ਦਾਸ ਹੋਣਾ ਨੇ, ਭਾਈ ਦਿਆਲਾ ਜੀ ਨੇ, ਭਾਈ ਸਤੀ ਦਾਸ ਜੀ ਨੇ, ਹੋਰ 2 ਸਿੱਖ, ਸਾਰਿਆਂ ਨੇ ਮਿਲ ਕੇ ਪਾਠ ਕੀਤਾ ਸੀ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਚੌਂਕੜੇ ਵਿੱਚ ਸਾਰਾ ਪਾਠ ਸੁਣਿਆ ਏ, ਸਾਰਾ ਅਖੰਡ ਪਾਠ ਸਾਹਿਬ ਨਾ। ਸਤਿਗੁਰੂ ਜੀ ਕਿਤੇ ਹਿੱਲੇ ਨਹੀਂ, ਕਿਤੇ ਇੱਕ ਚੌਂਕੜੇ 'ਚ ਪਾਠ ਸੁਣਿਆ। ਮਾਤਾ ਗੁਜਰੀ ਜੀ ਇੱਥੇ 6 ਮਹੀਨੇ ਰਹੇ, 6 ਮਹੀਨੇ ਇੱਥੇ ਖੂਹੀ ਵੀ ਅੱਜ ਸੁਭਾਏਮਾਨ ਹੈ। ਨਰਮਲੇ ਸਾਧੂਆਂ ਕੋ ਸਥਾਨ ਹੈ, ਵੱਡੀ ਸਿੱਖ ਸੰਗਤ, ਉਹਦਾ ਨਾਮ ਗੁਰਦੁਆਰਾ ਸਾਹਿਬ ਦਾ। ਅਤੇ ਮਾਤਾ ਜੀ ਰੋਜ਼ ਇਸ਼ਨਾਨ ਕਰਦੇ ਰਹੇ, ਬੰਦਗੀ ਕਰਦੇ ਰਹੇ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸ੍ਰੀ ਅਖੰਡ ਪਾਠ ਸਾਹਿਬ ਹੋਇਆ। ਇਹ ਧਰਮ ਵਿਜੇ ਸ਼ਾਸਤਰ ਗ੍ਰੰਥ 'ਚ ਇਹ ਗੱਲ ਲਿਖੀ ਹੋਈ ਹੈ ਵੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਉਦੋਂ ਚੱਲੀ ਹੈ ਅਤੇ ਗੁਰੂ ਸਾਹਿਬ ਜੀ ਦੇ ਅਵਤਾਰ ਨੂੰ ਲੈ ਕੇ ਅਖੰਡ ਪਾਠ ਸਾਹਿਬ ਮਹਾਰਾਜ ਜੀ ਨੇ ਕਰਵਾਇਆ ਸੀ। ਅਤੇ ਫਿਰ ਗੁਰੂ ਸਾਹਿਬ ਜੀ ਦਾ ਉੱਥੇ ਜਦੋਂ ਅਖੰਡ ਪਾਠ ਸਾਹਿਬ ਹੋਇਆ ਅਤੇ ਪੁੰਨ ਦਾਨ ਬੜੇ ਕੀਤੇ ਮਹਾਰਾਜ ਨੇ ਪ੍ਰਯਾਗਰਾਜ ਦੇ। ਇਹ ਦਿਨ ਜਿਹੜੇ ਪੁੰਨ ਦਾਨ ਕਰਦਿਆਂ ਬਿਤਾਏ, ਗੁਰੂ ਸਾਹਿਬ ਕਹਿ ਰਹੇ ਹਨ ਤਹੀ ਪ੍ਰਕਾਸ਼ ਹਮਾਰਾ ਭਇਓ। ਖਾਲਸਾ ਜੀ ਉੱਥੇ ਜਿਹੜੇ ਸਾਡੇ ਮਾਤਾ ਜੀ ਨਾ, ਮਾਤਾ ਗੁਜਰੀ ਜੀ, ਉਹਨਾਂ ਨੂੰ ਫਿਰ ਪ੍ਰਕਾਸ਼ ਹੋਇਆ। ਇਹ ਪ੍ਰਤੀਤ ਹੋਇਆ ਜਿਵੇਂ ਪ੍ਰਸੂਤਾ ਹੋ ਜਾਂਦਾ ਨਾ, ਜਿਵੇਂ ਮਾਤਾ ਦੇ ਗਰਭ ਵਿੱਚ ਇੱਕ ਹਵਾ ਜੀ ਭਰ ਜਾਂਦੀ ਪ੍ਰਸੂਤਾ ਹੋਣ ਦੀ, ਇਹ ਮਾਤਾ ਜੀ ਨੂੰ ਉੱਥੇ ਪ੍ਰਕਾਸ਼ ਹੋਇਆ। ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਮਾਤਾ ਜੀ ਨੇ ਪ੍ਰਕਾਸ਼ ਚਾਨਣ ਜਿਹਾ ਹੋਇਆ, ਹਵਾ ਜੀ ਭਰ ਗਈ ਪ੍ਰਸੂਤਾ ਹੋਣ ਦੀ। ਵਾਜੇ ਪਵਨ ਆਖੇ ਸਭ ਜਾਏ, ਕਿ ਜਿਵੇਂ ਗਰਭਵਤੀ ਮਾਤਾ ਹੋ ਜਾਂਦੀ, ਵੇ ਮਾਤਾ ਜੀ ਨੂੰ ਪ੍ਰਕਾਸ਼ ਹੋਇਆ ਉੱਥੇ ਪ੍ਰਯਾਗਰਾਜ, ਤ੍ਰਿਵੇਣੀ, ਇਲਾਹਾਬਾਦ ਹੀ। ਪਟਨਾ ਸ਼ਹਿਰ ਬਿਖੈ ਭਵ ਲਿਓ। ਫਿਰ ਜਦੋਂ ਮਾਤਾ ਜੀ ਗੁਰੂ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਗਏ,
ਪਟਨਾ ਸ਼ਹਿਰ ਵਿਖੇ ਮਹਾਰਾਜ ਕਹਿੰਦੇ ਅਸਾਂ ਨੇ ਭਾਵ ਆਪਣਾ ਪ੍ਰਕਾਸ਼ ਲਿਆ। ਪਟਨਾ ਸਾਹਿਬ ਵਿਖੇ ਸਾਡਾ ਅਵਤਾਰ ਹੋਇਆ, ਉੱਥੇ ਸਾਡਾ ਸਾਧ ਸੰਗਤ ਜੀ ਅਵਤਾਰ ਹੋਇਆ ਪਟਨਾ ਸ਼ਹਿਰ। ਜਿਸ ਪਟਨਾ ਸ਼ਹਿਰ ਦੇ ਵਿੱਚ ਹਰੀਚੰਦ ਰਾਜੇ ਵਰਗੇ ਬੜੇ ਦਾਨੀ ਸਨ, ਖੜਗ ਸਿੰਘ ਵਰਗੇ ਜਿਹੜੇ ਇੰਨੇ ਬਲੀ, ਜਿਨ੍ਹਾਂ ਨੇ ਕ੍ਰਿਸ਼ਨ ਭਗਵਾਨ ਨੂੰ ਕਈ ਵਾਰ ਹੱਥਾਂ 'ਚ ਫੜ ਕੇ ਅਤੇ ਜਿਹੜਾ ਛੱਡ ਦਿੱਤਾ ਸੀ ਜੰਗ ਵਿੱਚ, ਅਤੇ ਮਖੌਲ ਕਰਿਆ ਕਰਦੇ ਸਨ। ਕਹਿੰਦੇ ਜੇ ਤੂੰ ਅਣਦਾੜੀਆਂ ਬੱਚਾ ਹੈ ਜਾਂ ਤੈਨੂੰ ਛੱਡ ਦਿੰਦੇ ਹਾਂ। ਇਹ ਜਿਹੜੇ ਬਲੀ ਜਿਸ ਪਟਨਾ ਸ਼ਹਿਰ ਦੇ ਵਿੱਚ ਹੋਏ, ਉਹ ਪਟਨਾ ਸ਼ਹਿਰ ਦੇ ਵਿੱਚ ਸਤਿਗੁਰੂ ਜੀ ਦਾ ਅਵਤਾਰ ਹੋਇਆ। ਇਹਦੇ ਵਿੱਚ ਵੀ ਕਈ ਕਾਰਨ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਲਸਰਾਏ ਜੌਹਰੀ ਨੂੰ ਨਿਹਾਲ ਕਰਨ ਗਏ ਸਨ, ਅਤੇ ਸਾਲਸਰਾਏ ਜੌਹਰੀ ਬੜਾ ਸ਼ਾਹੂਕਾਰ ਸੀ। ਇਹਨੂੰ ਗਿਆਨ ਨਹੀਂ ਪਹਿਲਾਂ ਹੋਇਆ, ਇਹਦੇ ਸੇਵਕ ਅਧਰੱਕੇ ਨੂੰ ਹੋ ਗਿਆ ਸੀ ਮਹਾਰਾਜ ਦਾ ਦਰਸ਼ਨ ਕਰਕੇ। ਗੁਰੂ ਸਾਹਿਬ ਜੀ ਨੇ ਗੁਰਮਤਿ ਦੇ ਪ੍ਰਚਾਰ ਦੀ ਮੰਜੀ ਇਹਨੂੰ ਬਖਸ਼ੀ ਅਧਰੱਕੇ ਸੇਵਕ ਨੂੰ, ਅਤੇ ਸਾਲਸਰਾਏ ਜੌਹਰੀ ਨੂੰ ਕਿਹਾ ਵੀ ਇਸ ਤੋਂ ਬਾਅਦ ਤੂੰ ਇਸ ਮੰਜੀ ਗੁਰਮਤਿ ਦੇ ਪ੍ਰਚਾਰ ਦੀ 'ਤੇ ਬੈਠਣਾ, ਅਤੇ ਯਾਦ ਰਹੇ ਕਿ ਪੁੱਤਰਾਂ ਵਿੱਚ ਦਾਤ ਨਹੀਂ ਰੱਖਣੀ ਹੈ। ਇਹ ਨਹੀਂ ਸੋਚਣਾ ਵੀ ਪੁੱਤਰ ਦੀ ਚੀਜ਼ ਹੈ, ਸੇਵਕ ਦੀ ਚੀਜ਼ ਹੈ ਇਹ, ਅਤੇ ਅਸੀਂ 10ਵੇਂ ਅਵਤਾਰ ਵਿੱਚ ਆ ਕੇ ਇੱਥੇ ਤੁਹਾਨੂੰ ਫੇਰ ਨਿਹਾਲ ਕਰਾਂਗੇ। ਇਹ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਪਟਨੇ ਸ਼ਹਿਰ ਵਿੱਚ ਚਰਨ ਪਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਾਮ ਗਏ, ਗੁਰੂ ਸਾਹਿਬ ਜੀ ਦੇ ਚਰਨ ਪਏ, ਅਤੇ 10ਵੇਂ ਪਾਤਸ਼ਾਹ ਜੀ ਨੇ ਫਿਰ ਅਵਤਾਰ ਧਾਰਿਆ ਹੈ। ਪਟਨੇ ਸ਼ਹਿਰ ਦੇ ਵਿੱਚ ਮਹਾਰਾਜ ਦਾ ਅਵਤਾਰ ਹੋਇਆ। ਜਿਸ ਦਿਨ ਗੁਰੂ ਕਾ ਅਵਤਾਰ ਹੋਇਆ, ਉਸ ਦਿਨ ਜਿਹੜੇ ਕਮਾਈ ਵਾਲੀਆਂ ਰੂਹਾਂ ਸਨ, ਉਹਨਾਂ ਨੂੰ ਸਾਧ ਸੰਗਤ ਜੀ ਜਿੱਥੇ ਜਿੱਥੇ ਸਨ ਉੱਥੇ ਲਿਸ਼ਕੋਰ ਪਈ। ਠਸਕੇ ਦਾ ਪੀਰ ਭੀਖਣ ਸ਼ਾਹ, ਉਸ ਨੂੰ ਜਦੋਂ ਗੁਰੂ ਕਾ ਪ੍ਰਕਾਸ਼ ਹੋਇਆ ਹੈ, ਅਤੇ ਇਹ ਸਜਦਾ ਰੋਜ਼ ਹੀ ਅੰਮ੍ਰਿਤ ਵੇਲੇ ਨਮਾਜ਼ ਪੜ੍ਹਦਾ ਸੀ, ਪੱਛਮ ਦੀ ਦਿਸ਼ਾ ਵੱਲ, ਕਾਬੇ ਵੱਲ ਮੂੰਹ ਕਰਕੇ ਲੈਂਦੇ ਵੱਲ। ਉਸ ਦਿਨ ਇਹਨੇ ਨਮਾਜ਼ ਪੜ੍ਹਦਿਆਂ ਜਦੋਂ ਗੁਰੂ ਕਾ ਪ੍ਰਕਾਸ਼ ਹੋਇਆ, 1:15 ਪਹਿਰ ਤੜਕੇ, ਇਸ ਨੇ ਮੱਥਾ ਉੱਧਰ ਟੇਕਿਆ ਪੂਰਬ ਚੜ੍ਹਦੇ ਨੂੰ। ਗੁਰੂ ਸਾਹਿਬ ਕਾ ਅਵਤਾਰ ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨੇ ਸ਼ਹਿਰ ਦੇ ਵਿੱਚ ਮਹਾਰਾਜ ਕਹਿੰਦੇ ਅਵਤਾਰ ਲਿਆ। 1723 ਬਿਕਰਮੀ ਸੰਮਤ 23 ਸੰਗਰਾਂਦੀ ਪੋਹ ਸੁਦੀ ਸਪਤਮੀ, ਅਤੇ ਇਸੇ ਤਰ੍ਹਾਂ ਦਿਨ ਸ਼ਨੀ ਐਤਵਾਰ ਦਾ ਤੜਕੇ ਸਵੇਰ ਦੀ ਰਾਤ, ਤੜਕੇ ਪਹਿਰ 1:15 ਪਹਿਰ ਰਾਤ ਰਹਿੰਦੇ ਹਾਂ। ਉਦੋਂ ਗੁਰੂ ਕਾ ਅਵਤਾਰ ਹੋਇਆ ਪਟਨੇ ਸ਼ਹਿਰ ਦੇ ਵਿੱਚ। ਅਤੇ ਉਹ ਜਦੋਂ ਹੋਇਆ ਅਵਤਾਰ, ਜਿਸ ਵੇਲੇ ਇੱਧਰ ਭੀਖਣ ਸ਼ਾਹ ਜਿਹੜਾ ਸੀ, ਇਹਨੂੰ ਸਾਧ ਸੰਗਤ ਜੀ ਅੰਦਰ ਲਿਸ਼ਕੋਰ ਪਈ, ਲਿਸ਼ਕ ਪਈ ਇਹਨੂੰ ਵੀ ਅੱਜ ਖੁਦਾ ਇੱਥੇ ਪ੍ਰਗਟ ਹੋ ਗਏ ਹੈ। ਜਿਸ ਕਰਕੇ ਇਸ ਨੇ ਮੱਥਾ ਪੱਛਮ ਦੀ ਬਜਾਏ ਨੇ ਚੜ੍ਹਦੇ ਵੱਲ ਟੇਕਿਆ। ਇੱਧਰ ਤੇ ਇਹ ਕਲਾ ਵਰਤ ਰਹੀ ਸੀ। ਉੱਧਰ ਪਟਨਾ ਸ਼ਹਿਰ ਦੇ ਵਿੱਚ ਜਿਹੜੇ ਸ਼ਿਵਜੀ ਬ੍ਰਹਮਾ ਆਦਿਕ ਦੇਵਤੇ ਜਿੰਨੇ ਆ, ਗੰਧਰਵ ਰਾਗੀ, ਉਹ ਸਾਰੇ ਸਿੱਖਾਂ ਦਾ ਰੂਪ ਧਾਰ ਕੇ ਅਤੇ ਪਟਨੇ ਸ਼ਹਿਰ ਵਿੱਚ ਉਤਰੇ। ਮੰਗਲਾਚਾਰ ਹੋ ਰਹੇ ਸਨ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਜਿੱਥੇ ਹਰਿਮੰਦਰ ਸਾਹਿਬ ਵਾਲਾ ਸਥਾਨ, ਉੱਥੇ ਬੜੀ ਸੰਗਤ, ਮਾਮਾ ਕਿਰਪਾਲ ਚੰਦ ਹੋਣੀ ਅਤੇ ਆਦਿਕ ਮੰਗਲਾਚਾਰ ਹੋ ਰਹੇ ਹੈ। ਜਿੰਨੇ ਦੇਵਤੇ ਸਨ, ਗੰਧਰਵ ਰਾਗੀ, ਬ੍ਰਹਮਾ ਸ਼ਿਵਜੀ ਆਦਿਕ, ਉਹ ਸਿੱਖਾਂ ਦੇ ਰੂਪ ਧਾਰ ਕੇ ਅਤੇ ਪਟਨਾ ਸਾਹਿਬ ਉਤਰੇ। ਜਦੋਂ ਉਤਰੇ, ਫਿਰ ਉਹ ਤੜਕੇ ਜਿਹੜਾ ਰੋਜ਼ ਕੀਰਤਨ ਆਸਾ ਦੀ ਵਾਰ ਦਾ ਹੁੰਦਾ ਸੀ, ਉਸ ਦਿਨ ਦੇਵਤਿਆਂ ਨੇ ਕੀਰਤਨ ਕੀਤਾ। ਜਦੋਂ ਦੇਵਤਿਆਂ ਨੇ ਕੀਰਤਨ ਕੀਤਾ, ਅਤੇ ਸਾਰੇ ਪਟਨੇ ਸ਼ਹਿਰ ਵਿੱਚ ਇੰਨੀ ਮਹਿਕ ਫੈਲੀ, ਇੰਨੀ ਗੂੰਜ ਫੈਲੀ, ਸਾਰੇ ਪਟਨੇ ਸ਼ਹਿਰ ਦੇ ਲੋਕ ਨਿਵਾਸੀ ਜਿਹੜੇ ਆ ਮੋਹੇ ਗਏ ਰਾਗ ਸੁਣ ਕੇ। ਜਿਹੜੇ ਰੋਜ਼ ਹੀ ਸਿੱਖ ਕੀਰਤਨ ਕਰਦੇ, ਉਹ ਕੀਰਤਨ ਸੁਣ ਕੇ ਹੀ ਉਹ ਮੋਹੇ ਗਏ ਵੀ ਇਹੋ ਜਿਹੇ ਰਾਗ ਅਸੀਂ ਕਦੀ ਨਹੀਂ ਕੱਢੇ, ਇਹ ਕੌਣ ਆ ਗਏ ਹੈ। ਪਟਨੇ ਸ਼ਹਿਰ ਦੇ ਲੋਕ ਸੋਚਦੇ ਵੀ ਇੰਨੀ ਕੀਰਤਨ ਦੇ ਵਿੱਚ ਰਸ ਹੈ, ਇਹ ਰਾਗੀ ਇੱਥੋਂ ਦੇ ਇਹ ਦਿਖਦੇ ਤਾਂ ਹੈ ਨਹੀਂ ਵੀ ਇੱਥੇ ਲਾਗੇ ਚਾਗੇ, ਅਤੇ ਇਹ ਕਿੱਥੋਂ ਦੇ ਹਨਗੇ। ਸਾਰੇ ਹੈਰਾਨ। ਫਿਰ ਆਣ ਕੇ ਸੰਗਤ ਨੇ ਦਰਸ਼ਨ ਕੀਤੇ। ਸਾਰਾ ਕੀਰਤਨ ਆਸਾ ਦੀ ਵਾਰ ਦਾ ਦੇਵਤਿਆਂ ਨੇ ਕੀਤਾ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਗੁਰੂ ਸਾਹਿਬ ਜੀ ਦਾ ਪੂਜਨ ਕੀਤਾ, ਬੜੀਆਂ ਭੇਟਾਵਾਂ ਰੱਖੀਆਂ, ਅਤੇ
ਫਿਰ ਕੀਰਤਨ ਕਰਕੇ ਇੱਧਰ ਉੱਧਰ ਥੋੜ੍ਹੇ ਆਪੋ ਆਪਣੇ ਅੱਖਾਂ ਤੋਂ ਪਰੋਖੇ ਜਿਹੇ ਹੋ ਕੇ ਸਾਰੇ ਦੇਵਤੇ ਗੁਪਤ ਹੋ ਗਏ। ਗੁਪਤ ਹੋ ਕੇ ਪਟਨਾ ਹਰਿਮੰਦਰ ਸਾਹਿਬ ਸ਼ਹਿਰ ਦੇ ਜੋ ਹਰਿਮੰਦਰ ਸਾਹਿਬ ਵਾਲਾ ਸਥਾਨ ਹੈ, ਇੱਥੇ ਕਲਪਵ੍ਰਿਕਸ਼ ਦੀਆਂ ਮਾਲਾ ਭੇਟਾਂ ਕੀਤੀਆਂ, ਫੁੱਲ ਅਰਪਣ ਕੀਤੇ, ਚੰਦਨ ਆਦਿਕ ਛਿੜਕਿਆ, ਬਹੁਤ ਤਰ੍ਹਾਂ ਨਾਲ ਪੂਜਨ ਕੀਤਾ ਸੀ ਜਦੋਂ ਮਹਾਰਾਜ ਪ੍ਰਕਾਸ਼ ਹੋਇਆ ਹੈ। ਇੱਧਰ ਠਸਕੇ ਦਾ ਪੀਰ ਭੀਖਣ ਸ਼ਾਹ ਉਹਨੂੰ ਕਹਿ ਰਹੇ ਹੈ, ਉਹਦੇ ਨਾਲ ਦੇ ਸਾਥੀ ਜੋ ਸਜਦਾ ਕਰਦਾ ਵੇਖਿਆ, ਕਹਿੰਦੇ ਭੀਖਣ ਸ਼ਾਹ ਜੀ ਪੀਰ ਤੁਸੀਂ ਇੰਨੇ ਪੁਰਾਣੇ ਹੋ ਅਤੇ ਜਿਹੜਾ ਸਾਰਿਆਂ ਮੁਸਲਮਾਨਾਂ ਦਾ ਮੱਕੇ ਦੇ ਉੱਪਰ ਇਤਬਾਰ ਹੈ ਪੱਛਮ ਵੱਲ, ਤੁਸੀਂ ਚੜ੍ਹਦੇ ਵੱਲ ਸਜਦਾ ਕਿਹਨੂੰ ਕੀਤਾ ਹੈ ਅਤੇ ਕਿਹਨੂੰ ਤੁਹਾਂ ਮੱਥਾ ਟੇਕਿਆ ਹੈ? ਤੁਸੀਂ ਤਾਂ ਪੱਕੇ ਪੀਰ ਹੋ ਅਤੇ ਤੁਸੀਂ ਉਲਟਾ ਮੱਥਾ ਟੇਕਿਆ, ਮਰਿਆਦਾ 'ਚ ਫਰਕ ਪਾਉਂਦੇ ਹੋ। ਨਾਲ ਕਹਿਣ ਲੱਗੇ ਵੇਖੋ, ਵਿੱਚੋਂ ਕੁਝ ਬੋਲੇ, ਪੀਰ ਜੀ ਤੁਸਾਂ ਨੇ ਅੱਜ ਕੋਈ ਭੰਗ ਪੀਤੀ ਹੋਈ ਹੈ ਜਾਂ ਨਸ਼ਾ ਕੀਤਾ ਹੋਇਆ ਹੈ? ਭੀਖਣ ਸ਼ਾਹ ਪੀਰ ਜੀ ਕਹਿਣ ਲੱਗੇ ਵੇਖੋ, ਨਾ ਤਾਂ ਮੈਂ ਭੰਗ ਪੀਤੀ ਹੈ, ਨਾ ਮੈਂ ਕੋਈ ਨਸ਼ਾ ਹੀ ਕੀਤਾ ਹੈ। ਅਤੇ ਕਹਿੰਦੇ ਤੁਸੀਂ ਭੰਗ ਨਸ਼ਾ ਨਹੀਂ ਪੀਤਾ ਅਤੇ ਫਿਰ ਤੁਸਾਂ ਸਜਦਾ ਕਿਹਨੂੰ ਕੀਤਾ ਚੜ੍ਹਦੇ ਵੱਲ? ਕਹਿੰਦੇ ਮੈਂ ਸਜਦਾ ਜਿਸ ਖੁਦਾ ਨੂੰ ਅਸੀਂ ਪੱਛਮ ਵੱਲ ਰੋਜ਼ ਮੱਥਾ ਟੇਕਦੇ ਹਾਂ, ਉਹ ਖੁਦਾ ਅੱਜ ਚੜ੍ਹਦੇ ਵੱਲ ਪ੍ਰਗਟ ਹੋ ਗਿਆ ਹੈ। ਕਹਿੰਦੇ ਹੁਣ ਇੱਥੋਂ ਤੱਕ ਨਹੀਂ ਕਿ ਮੈਂ ਇਕੱਲਾ ਮੱਥਾ ਹੀ ਟੇਕਿਆ ਹੈ, ਮੈਂ ਉਹਨਾਂ ਦਾ ਹੁਣ ਜਾ ਕੇ ਦਰਸ਼ਨ ਵੀ ਕਰਾਂਗਾ। ਇਸ ਤਰ੍ਹਾਂ ਭੀਖਣ ਸ਼ਾਹ ਜੀ ਉਸੇ ਦਿਨ ਹੀ ਆਪਣੇ ਪੀਰਾਂ ਦੀ ਟੁਕੜੀ ਲੈ ਕੇ, ਸਾਰੇ ਪੀਰਾਂ ਨੂੰ ਨਾਲ ਲੈ ਕੇ 40 ਦਿਨਾਂ ਬਾਅਦ ਸਾਧ ਸੰਗਤ ਜੀ ਪਟਨਾ ਸ਼ਹਿਰ ਵਿਖੇ ਪਹੁੰਚੇ ਸਨ ਅਤੇ ਦਰਸ਼ਨ ਕੀਤੇ ਸੀ। ਗੁਰੂ ਸਾਹਿਬ ਜਿੱਥੇ ਸੂਤਰ ਰੂਪ ਵਿੱਚ ਹੀ ਲਿਖਿਆ ਹੈ। ਸੂਤਰ ਰੂਪ ਹੁੰਦਾ ਵੀ ਜਿਵੇਂ ਲਿਖਣਾ ਥੋੜ੍ਹਾ ਇੱਕ ਦੋ ਤੁਕਾਂ ਜੀ, ਪਰ ਵਿਸਥਾਰ ਦਾ ਬੜਾ ਹੋਣਾ। ਜਿਵੇਂ ਬ੍ਰਹਮ ਸੂਤਰ ਗ੍ਰੰਥ ਹੈ, ਉਹ ਜਿਹੜਾ ਸੂਤਰ ਇੱਕ ਹੀ ਲਿਖਿਆ ਉਹਦੇ ਵਿਸਥਾਰ ਬੜਾ ਹੁੰਦਾ ਹੈ। ਇਵੇਂ ਸਤਿਗੁਰੂ ਜੀ ਇੱਥੇ ਸੂਤਰ ਰੂਪ ਵਿੱਚ ਲਿਖ ਰਹੇ ਹੈ। ਪਟਨਾ ਸ਼ਹਿਰ ਵਿੱਚ ਅਸਾਂ ਨੇ ਫਿਰ ਅਵਤਾਰ ਲਿਆ ਸਾਧ ਸੰਗਤ ਜੀ। ਮਦਰ ਦੇਸ ਹਮ ਕੋ ਲੈ ਆਏ। ਜਦੋਂ 5 ਸਾਲ ਦੀ ਉਮਰ ਹੋ ਗਈ ਸੀ ਮਹਾਰਾਜ ਦੀ, ਅਤੇ ਗੁਰੂ ਤੇਗ ਬਹਾਦਰ ਮਹਾਰਾਜ 5 ਸਾਲ ਬਾਅਦ ਬਿਸ਼ਨ ਸਿੰਘ ਰਾਜੇ ਨੂੰ ਜਿਹੜਾ ਹੈ ਉਹਨੂੰ ਸਫਲ ਕਰਕੇ ਅਸਾਮ ਦੇਸ਼ ਤੋਂ ਅਤੇ ਇੱਥੇ ਆਏ ਸਨ ਪਟਨੇ ਸ਼ਹਿਰ ਵਿਖੇ। ਪਟਨੇ ਸ਼ਹਿਰ ਵਿਖੇ ਆ ਕੇ ਮਹਾਰਾਜ ਜੀ ਦਾ ਇੱਥੇ ਮਿਲਾਪ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਮ ਰੱਖਿਆ ਸੀ ਗੋਬਿੰਦ ਰਾਏ ਆਪ। ਅਤੇ 5 ਸਾਲ ਬਾਅਦ ਫਿਰ ਗੁਰੂ ਸਾਹਿਬ ਜੀ ਸਾਰੀ ਸੰਗਤ ਨੂੰ ਧੀਰਜ ਦੇ ਕੇ ਅਤੇ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਆ ਗਏ। ਅਤੇ 2 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਹੋ ਰਹੇ ਪਟਨਾ ਸ਼ਹਿਰ, ਭਾਵ 7 ਸਾਲ ਤੱਕ। ਜਦੋਂ 7 ਸਾਲ ਦੀ ਉਮਰਾ ਹੋਈ ਫਿਰ ਮਹਾਰਾਜ ਜੀ ਨੇ ਇੱਥੋਂ ਪੰਜਾਬੋਂ ਭੇਜੇ ਸਿੱਖ ਲੈਣ ਵਾਸਤੇ। ਫਿਰ ਸਿੱਖਾਂ ਨੇ ਉੱਥੋਂ ਲਿਆਂਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਅਤੇ ਸੱਚੇ ਪਾਤਸ਼ਾਹ ਜੀ ਰਾਜ ਲਖਨੌਰ ਥਾਣੀ ਆਉਂਦਿਆਂ ਆਉਂਦਿਆਂ ਬੇਅੰਤ ਸੰਗਤਾਂ ਨੂੰ ਨਿਹਾਲ ਕਰਦੇ ਕਰਦੇ ਮੱਧਰ ਦੇਸ਼ ਹਮ ਕੋ ਲੈ ਆਏ। ਇਹ ਮੱਧਰ ਦੇਸ਼ ਜਿਹੜਾ ਪੰਜਾਬ ਹੈ, ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਲੈ ਆਏ ਸਾਨੂੰ। ਭਾਂਤ ਭਾਂਤ ਦਾਈਨ ਦੁਲਰਾਏ। ਤਰ੍ਹਾਂ ਤਰ੍ਹਾਂ ਨਾਲ ਜਿਹੜੀਆਂ ਦਾਈਆਂ ਸਨ ਖਿਡਾਉਣੀਆਂ ਹੁੰਦੀਆਂ, ਅਤੇ ਉਹਨਾਂ ਨੇ ਖਿਡਾਉਣਾ ਕੀਤਾ। ਦਾਈਆਂ ਨੇ ਦੁਲਰਾਏ, ਬੜੇ ਲਾਡ ਲਡਾਏ ਸਾਨੂੰ। ਕੀਨੀ ਅਨੇਕ ਭਾਂਤ ਤਨ ਰੱਛਾ। ਮਾਤਾ ਜੀ ਨੇ, ਦਾਈਆਂ ਨੇ, ਦਾਸੀਆਂ ਨੇ ਬਹੁਤ ਤਰ੍ਹਾਂ ਨਾਲ, ਚੰਗੀ ਤਰ੍ਹਾਂ ਨਾਲ ਸਾਡੇ ਸਰੀਰ ਦੀ ਰੱਛਾ ਕੀਤੀ। ਸਾਡੇ ਸਰੀਰ ਨੂੰ ਸੰਭਾਲਣਾ ਕੀਤਾ ਵੀ ਸਾਹਿਬਜ਼ਾਦੇ ਛੋਟੇ ਆ, ਸਰੀਰ ਨਾਜ਼ੁਕ ਹੈ। ਦੀਨੀ ਭਾਂਤ ਭਾਂਤ ਕੀ ਸਿੱਖਿਆ। ਫਿਰ ਮਾਤਾ ਜੀ ਨੇ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ। ਗੁਰੂ ਸਾਹਿਬ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਿਆ ਦਿੱਤੀ। ਮਾਮਾ ਕਿਰਪਾਲ ਚੰਦ ਜੀ ਨੇ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ ਜਿਵੇਂ ਬੱਚਿਆਂ ਨੂੰ ਦੇਈਦੀ ਹੈ। ਅਤੇ ਉਸ ਤਰ੍ਹਾਂ ਮਹਾਰਾਜ ਕਹਿੰਦੇ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੀ ਸਾਨੂੰ ਸਿੱਖਿਆ ਦਿੱਤੀ। ਜਬ ਹਮ ਧਰਮ ਕਰਮ ਮੋਹ ਆਏ। ਫਿਰ ਖਾਲਸਾ ਜੀ ਜਦੋਂ ਅਸੀਂ ਆ ਧਰਮ ਦੇ ਕੰਮ ਵਿੱਚ ਪ੍ਰਵੇਸ਼ ਕੀਤਾ, ਭਾਵ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਕਸ਼ਮੀਰੀ ਪੰਡਿਤ ਆਏ, ਕਿਰਪਾ ਰਾਮ ਹੋਣੀ, ਬੇਨਤੀ ਕੀਤੀ, ਰੋ ਰਹੇ ਸਨ, ਦੁਖੀ ਹੋਏ। ਅਤੇ ਗੁਰੂ ਸਾਹਿਬ ਜੀ ਧਿਆਨ ਲਾ ਕੇ ਦੇਖ ਰਹੇ ਸਨ ਵੀ ਕੋਈ ਹੈ ਮਹਾਂਪੁਰਖ ਜਿਹੜਾ ਇਹਨਾਂ ਦੇ ਧਰਮ ਦੀ ਰੱਖਿਆ ਕਰ ਸਕੇ। ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਬਾਹਰੋਂ, ਜਿਨ੍ਹਾਂ ਦੇ ਹੱਥ ਵਿੱਚ ਬੜਾ ਸੋਹਣਾ ਤੀਰ ਸੀ ਛੋਟਾ ਜਿਹਾ, ਆ ਕੇ ਕਹਿਣ ਲੱਗੇ, ਪਿਤਾ ਜੀ ਇਹ ਦੁਖੀ ਇਹ ਕੌਣ ਬੈਠੇ ਹਨ? ਗੁਰੂ ਸਾਹਿਬ ਜੀ ਤੁਸੀਂ ਕਿਉਂ ਚੁੱਪ ਕੀਤੇ ਹੋਏ ਹੋ?
ਤੇ ਮਹਾਰਾਜ ਜੀ ਨੇ ਕਿਹਾ, ਗੋਬਿੰਦ ਰਾਏ ਜੀ, ਇਹ ਕੋਈ ਮਹਾਂਪੁਰਖ ਦਾ ਸੀਸ ਲੱਗੇ ਤੇ ਇਹਨਾਂ ਦਾ ਦੁੱਖ ਦੂਰ ਹੁੰਦਾ ਹੈ। ਮਹਾਰਾਜ, ਉਹ ਕਿਹੜਾ ਦੁੱਖ ਹੈ? ਫਿਰ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਇਹ ਔਰੰਗਜ਼ੇਬ ਨੇ ਇਹ ਬੀੜਾ ਚੁੱਕਿਆ ਹੋਇਆ ਵੀ ਜਿੰਨੇ ਹਿੰਦੂ ਹੈ ਉਹ ਮੁਸਲਮਾਨ ਕਰ ਦੇਣੇ ਹੈ। ਅਤੇ ਸਭ ਤੋਂ ਜ਼ਿਆਦਾ ਕਸ਼ਮੀਰ 'ਚ ਬ੍ਰਾਹਮਣ ਦਾ ਜ਼ੋਰ, ਜੇ ਕਸ਼ਮੀਰ ਵਾਲੇ ਬਣ ਗਏ ਤਾਂ ਬਾਕੀ ਸਾਰੇ ਬਣਾ ਲੈਣੇ ਝਟਪਟ। ਇਸ ਕਰਕੇ ਸਵਾ ਮਨ ਤਿਲਕ ਜੰਝੂ ਲੱਥ ਰਹੇ ਹੈ। ਅਤੇ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਦਾ ਸਰੀਰ ਲੱਗੇ, ਸੀਸ ਲੱਗੇ, ਅਤੇ ਫਿਰ ਇਹਨਾਂ ਦਾ ਧਰਮ ਬਚਦਾ ਹੈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਪਿਤਾ ਜੀ, ਆਪ ਜੀ ਤੋਂ ਵੱਡਾ ਕਿਹੜਾ ਹੈ ਤਪੱਸੀਵਾ? ਸੱਚਾ ਪਾਤਸ਼ਾਹ, ਤੁਹਾਡੇ ਤੋਂ ਵੱਡਾ ਮਹਾਂਪੁਰਖ ਕਿਹੜਾ ਹੈ ਜਿਨ੍ਹਾਂ ਨੇ ਨਾ ਤਪ ਕੀਤਾ ਘੋਰ? ਇਹ ਆਪ ਹੀ ਬਲੀਦਾਨ ਦਿਓ, ਇਹਨਾਂ ਦਾ ਧਰਮ ਰਹਿ ਜਾਏ। ਅਤੇ ਗੁਰੂ ਸਾਹਿਬ ਸੁਣ ਕੇ ਬੜੇ ਪ੍ਰਸੰਨ ਹੋਏ ਸਨ। ਇਹ ਬ੍ਰਾਹਮਣਾ ਕਿਰਪਾ ਰਾਮ ਪੰਡਤ ਹੋਣਾ ਨੇ ਕਿਹਾ, ਮਹਾਰਾਜ, ਅਸੀਂ 6 ਮਹੀਨੇ ਅਮਰਨਾਥ ਦੇ ਵਿੱਚ ਤਪ ਕਰਨ ਦਾ ਮਿੱਥਿਆ ਸੀ ਵੀ 6 ਮਹੀਨੇ ਤਪ ਕਰਨਾ, ਸ਼ਿਵ ਜੀ ਪ੍ਰਗਟ ਹੋਏ ਸਾਡੀ ਮਦਦ ਕਰੇ। ਪਰ ਸਾਨੂੰ ਇੱਕ ਚਿੱਠੀ ਮਿਲੀ ਹੈ, ਆਕਾਸ਼ਬਾਣੀ ਹੋਈ ਹੈ ਵੀ ਤੁਹਾਡੀ ਰੱਖਿਆ ਕੋਈ ਨਹੀਂ ਕਰ ਸਕਦਾ ਹੈ। ਤੁਹਾਡੀ ਰੱਖਿਆ ਗੁਰੂ ਤੇਗ ਬਹਾਦਰ ਜੀ, ਗੁਰੂ ਨਾਨਕ ਸਾਹਿਬ ਜੀ ਗੱਦੀ ਦੇ ਸੁਭਾਏਮਾਨ ਅਨੰਦਪੁਰ ਸਾਹਿਬ ਬਿਰਾਜਮਾਨ, ਉਹੀ ਉਹ ਕਰ ਸਕਦੇ ਹੈ। ਅਤੇ ਇਹਨਾਂ ਨੇ ਚਿੱਠੀ ਮਹਾਰਾਜ ਨੂੰ ਫੜਾਈ। ਗੁਰੂ ਤੇਗ ਬਹਾਦਰ ਸਾਹਿਬ ਨੇ ਚਿੱਠੀ ਪੜ੍ਹੀ। ਉਹ ਸ਼ਿਵ ਜੀ ਦੇ ਹੱਥਾਂ 'ਚ ਚਿੱਠੀ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਇੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤਾ। ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਜਾਓ, ਔਰੰਗਜ਼ੇਬ ਦੇ ਪਾਸ ਸਾਡਾ ਸੁਨੇਹਾ ਪਹੁੰਚਾ ਦਿਓ ਕਸ਼ਮੀਰੀ ਸੂਬੇਦਾਰ ਦੇ ਰਾਹੀਂ, ਕਿ ਜੇ ਸਾਡੇ ਗੁਰੂ ਹੈ ਗੁਰੂ ਤੇਗ ਬਹਾਦਰ ਜੀ, ਜੇ ਉਹਨਾਂ ਨੂੰ ਤੁਸੀਂ ਮੁਸਲਮਾਨ ਕਰ ਲਓਗੇ ਤਾਂ ਅਸੀਂ ਹੋ ਜਾਵਾਂਗੇ। ਫਿਰ ਉਹ ਇਸੇ ਤਰ੍ਹਾਂ ਸਭ ਕੁਝ ਹੋਇਆ ਸੀ। ਅਤੇ ਮਹਾਰਾਜ ਕਹਿੰਦੇ ਵੀ ਗੁਰੂ ਸਾਹਿਬ ਜੀ ਨੇ ਆਪਣੇ ਇੱਥੇ ਕਥਨ ਕੀਤਾ ਇਸ਼ਾਰੇ ਮਾਤਰ ਵੀ ਜਬ ਹਮ ਧਰਮ ਕਰਮ ਮੋ ਆਏ। ਉਹ ਜਦੋਂ ਕਸ਼ਮੀਰੀ ਪੰਡਤ ਆਏ ਆ, ਉਹ ਧਰਮ ਦਾ ਹੀ ਕਰਮ ਸੀ ਨਾ, ਉਹਦੇ ਵਿੱਚ ਜਦੋਂ ਅਸਾਂ ਨੇ ਪ੍ਰਵੇਸ਼ ਕੀਤਾ, ਧਰਮ ਦੇ ਕੰਮ ਵਿੱਚ ਆਏ। ਦੇਵ ਲੋਕ ਤਬ ਪਿਤਾ ਸਿਧਾਏ। ਉਸ ਵਕਤ ਖਾਲਸਾ ਜੀ 9 ਸਾਲ ਦੀ ਉਮਰ ਸੀ। ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਅਤੇ 1 ਮਹੀਨਾ ਹਟ ਕੇ ਅਤੇ ਜਿਹੜਾ ਹੈ ਪਹੁੰਚੇ ਸੱਚੇ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ। ਅਤੇ ਦਿੱਲੀ ਚਾਂਦਨੀ ਚੌਂਕ ਵਿਖੇ ਆਪਣੀ ਸ਼ਹੀਦੀ ਦਿੱਤੀ, ਸੀਸ ਆਪਣਾ ਦਿੱਤਾ, ਪਰ ਭੇਦ ਨਾ ਦਿੱਤਾ, ਆਪਣਾ ਹੱਠ ਨਾ ਛੱਡਿਆ, ਆਪਣੀ ਪ੍ਰਤੱਗਿਆ ਨਾ ਛੱਡੀ। ਅਤੇ ਦੇਵ ਲੋਕ, ਜੋ ਦੇਵ ਪ੍ਰਕਾਸ਼ ਰੂਪ ਪਰਮਾਤਮਾ, ਉਹਦਾ ਲੋਕ ਸੱਚਖੰਡ ਹੈ। ਭਾਵ ਆਪਣੇ ਨਿੱਜੀ ਸਥਾਨ ਸੱਚਖੰਡ ਵਿੱਚ ਤਦੋਂ ਪਿਤਾ ਗੁਰੂ ਜੀ ਚਲੇ ਗਏ, ਬੈਕੁੰਠ ਨੂੰ ਚਲੇ ਗਏ, ਸੱਚਖੰਡ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਨਾਮ ਸਪਤ ਮੋਹ ਧਿਆਏ। ਸਮਾਪਤ ਮਸਤ ਸਭ ਮਸਤ ਅਪਜੂ। ਇੱਥੇ ਸ੍ਰੀ ਬਚਿੱਤਰ ਨਾਟਕ ਗ੍ਰੰਥ ਦੇ ਜਿਹੜੇ 7 ਅਧਿਆਏ ਉਹ ਸਮਾਪਤ ਹੋ ਗਏ ਹਨ। ਸਮਾਪਤ ਮਸਤ ਸੋ ਮਸਤ, ਸਮਾਪਤ ਹੈ ਸ਼ੁਭ ਕਹੀਏ ਸ੍ਰੇਸ਼ਟ, ਮਸਤ ਕਹੀਏ ਪੂਰਾ ਹੋਇਆ। ਇੱਥੇ ਸ੍ਰੇਸ਼ਟ ਅਧਿਆਇ ਪੂਰਾ ਹੋਇਆ। ਅਫਜੂ ਐਵੇਂ ਅਫਜੂ ਕਹੀਏ ਜੋੜ 282 ਜਿਹੜੀਆਂ ਹੈ ਇੱਥੇ ਛੰਦ ਹੋ ਚੁੱਕੇ ਬਚਿੱਤਰ ਨਾਟਕ ਦੇ। ਅਤੇ ਅਫਜੂ ਦਾ ਅਰਥ ਵੀ ਅੱਗੇ ਹੋਰ ਪ੍ਰਸੰਗ ਚੱਲਦਾ ਇਸ ਕਥਾ ਦਾ। ਅਥ ਰਾਜ ਸਾਜ ਕਥਨੰ ਚੌਪਈ। ਰਾਜ ਸਾਜ ਹਮ ਪਰ ਜਬ ਆਇਓ। ਹੁਣ ਗੁਰੂ ਸਾਹਿਬ ਜੀ 8ਵੇਂ ਅਧਿਆਏ ਦੇ ਵਿੱਚ ਅਥ ਰਾਜ ਸਾਜ ਕਥਨੰ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸੱਚਖੰਡ ਪਿਆਨਾ ਕਰ ਗਏ। ਅਤੇ ਮਹਾਰਾਜ ਕਹਿੰਦੇ ਵੀ ਅਥ ਹੁਣ ਅਸੀਂ ਰਾਜ ਸਾਜ, ਜੋ ਰਾਜ ਭਾਗ ਦਾ ਜਿਵੇਂ ਸਾਡੇ ਕੋਲ ਆਇਆ ਉਹਦਾ ਕਥਨ ਕਰਦੇ ਹਾਂ। ਭਾਵ ਸਾਨੂੰ ਗੁਰਤਾ 'ਤੇ ਬਿਰਾਜਮਾਨ ਕਰ ਦਿੱਤਾ 9ਵੇਂ ਸਾਲ ਦੇ ਵਿੱਚ। ਅਤੇ ਉਹ ਜਦੋਂ ਰਾਜ ਭਾਗ ਪਾ ਕੇ ਗੁਰਤਾ ਪ੍ਰਾਪਤ ਕਰਕੇ ਜੋ ਅਸਾਂ ਨੇ ਕੀਤਾ, ਇਹ ਵੀ ਸੂਤਰ ਰੂਪ ਵਿੱਚ ਹੀ ਕਥਨ ਕਰ ਰਹੇ ਹਾਂ ਚੌਪਈ ਛੰਦ ਵਿੱਚ। ਰਾਜ ਸਾਜ ਹਮ ਪਰ ਜਬ ਆਇਓ। ਗੁਰੂ ਸਾਹਿਬ ਕਹਿੰਦੇ ਵੀ ਹੁਣ ਅਸੀਂ ਜਦੋਂ ਆਪਣੇ ਰਾਜ ਸਾਜ ਵਿੱਚ ਆਏ ਉਹਦੀ ਕਥਾ ਕਰ ਰਹੇ ਹਾਂ। ਰਾਜ ਸਾਜ ਭਾਵ ਰਾਜ ਦਾ ਜੋ ਸਾਜ ਸਾਜੋ ਸਮਾਨ ਹੁੰਦਾ ਨਾ, ਵੀ ਜਿਵੇਂ ਰਾਜੇ ਲੋਕ ਕਰਦੇ ਹੈ,
ਤੇ ਮਹਾਰਾਜ ਦਾ ਰਾਜ ਭਾਗ ਕੀ ਸੀ? ਗੁਰਤਾ ਦੇ ਬਿਰਾਜਮਾਨ। ਜਦੋਂ ਕਹਿੰਦੇ ਅਸੀਂ ਸਾਡੇ ਉੱਪਰ ਰਾਜ ਭਾਗ ਆਇਆ, ਭਾਵ ਗੁਰਤਾ ਉੱਪਰ ਅਸੀਂ ਆਏ, ਗੁਰਤਾ ਤੇ ਬਿਰਾਜਮਾਨ ਹੋਏ ਸ਼ਹੀਦੀ ਤੋਂ ਬਾਅਦ ਪਿਤਾ ਜੀ ਦੀ। ਜਥਾ ਸ਼ਕਤ ਤਬ ਧਰਮ ਚਲਾਇਓ। ਜਿਸ ਤਰ੍ਹਾਂ ਸਾਡੇ ਵਿੱਚ ਸ਼ਕਤੀ ਸੀ ਨਾ, ਸ਼ਕਤੀ ਤੇ ਮਹਾਰਾਜ ਬੇਅੰਤ ਬੇਨਤੀ, ਇਹ ਨਿਮਰਤਾ ਨਾਲ ਹੀ ਕਹਿ ਰਹੇ ਸਤਿਗੁਰੂ ਵੀ ਜਥਾ ਸ਼ਕਤ। ਜਿਸ ਤਰ੍ਹਾਂ ਦੀ ਸਾਡੇ ਵਿੱਚ ਸ਼ਕਤੀ ਅਕਾਲ ਪੁਰਖ ਦੀ ਬਖਸ਼ੀ ਹੋਈ ਸੀ, ਉਸ ਮੁਤਾਬਕ ਅਸਾਂ ਨੇ ਧਰਮ ਦਾ ਪ੍ਰਚਾਰ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ, ਧਰਮ ਨੂੰ ਅੱਗੇ ਤੋਰਿਆ। ਸਿੱਖੀ ਦਾ ਭਾਵ ਬਹੁਤ ਪ੍ਰਚਾਰ ਕੀਤਾ, ਫੈਲਾਓ। ਭਾਂਤ ਭਾਂਤ ਬਨ ਖੇਲ ਸ਼ਿਕਾਰਾ। ਖਾਲਸਾ ਜੀ ਜਿਹੜਾ ਆਪਣੇ ਅਨੰਦਪੁਰ ਸਾਹਿਬ ਦੇ ਇਰਦ ਗਿਰਦ ਤਰ੍ਹਾਂ ਤਰ੍ਹਾਂ ਦੇ ਜੰਗਲ ਸਨ, ਉਹਨਾਂ ਵਿੱਚ ਸਾਨੇ ਬਹੁਤ ਸ਼ਿਕਾਰ ਖੇਡਣਾ ਕੀਤਾ। ਉਹ ਸ਼ਿਕਾਰ ਵੀ ਜਿਹੜੇ ਕੋਈ ਪਹਾੜੀ ਵਿਚਾਰੇ ਲੋਕ ਰਹਿੰਦੇ ਸੀ, ਕੋਈ ਘਾਹ ਪੱਠਾ ਲੈਣ ਜਾਂਦੇ ਜਾਂ ਉੱਦਾਂ ਜੰਗਲ 'ਚ ਜਾਂਦੇ, ਅਤੇ ਰਿੱਛ, ਬਘਿਆੜ, ਸ਼ੇਰ, ਹੋਰ ਜੰਗਲੀ ਜਾਨਵਰ ਬੜਾ ਤੰਗ ਪਰੇਸ਼ਾਨ ਕਰਦੇ ਸਨ, ਜਿਸ ਤੋਂ ਬੜੇ ਦੁਖੀ ਸਨ। ਅਤੇ ਗੁਰੂ ਸਾਹਿਬ ਜੀ ਨੇ, ਮਹਾਰਾਜ ਜੀ ਕਹਿੰਦੇ ਵੀ ਖਾਲਸਾ ਜੀ ਅਸੀਂ ਤਰ੍ਹਾਂ ਤਰ੍ਹਾਂ ਨਾਲ ਖੇਡ ਸ਼ਿਕਾਰ ਕੀਤੇ ਇਰਦ ਗਿਰਦ ਅਨੰਦਪੁਰ ਸਾਹਿਬ ਦੇ ਜੰਗਲ ਦੇ ਵਿੱਚ। ਅਤੇ ਉਹ ਕੀ ਕੀਤੇ ਵੀ ਮਹਾਰਾਜ ਜੀ ਇਹ ਜਿਹੜੇ ਵੱਡੇ ਵੱਡੇ ਸ਼ੇਰ, ਬਘਿਆੜ ਆਦਿਕ, ਇਹਨਾਂ ਨੂੰ ਮਾਰ ਕੇ ਅਤੇ ਸਤਿਗੁਰੂ ਜੀ ਨੇ ਜਿਹੜਾ ਹੈ ਪਹਾੜੀ ਲੋਕਾਂ ਦਾ ਜਿਹੜਾ ਭੈ ਖਤਮ ਕੀਤਾ। ਇੱਕ ਤਾਂ ਭੈ ਖਤਮ ਕੀਤਾ ਇਹਨਾਂ ਦਾ, ਇੱਕ ਸਤਿਗੁਰੂ ਜੀ ਨੇ ਇਹ ਜਿਹੜੇ ਸ਼ੇਰ ਆਦਿਕ ਮਾਰੇ ਜੀਵਾਂ ਦੀ ਕਲਿਆਣ ਕਰਨ ਵਾਸਤੇ। ਇੱਕ ਤਾਂ ਜੀਵਾਂ ਦੀ ਕਲਿਆਣ ਕੀਤੀ, ਦੂਸਰਾ ਇਹਨਾਂ ਦਾ ਭੈ ਨਿਵਰਤ ਕੀਤਾ, ਤੀਸਰਾ ਸੱਚੇ ਪਾਤਸ਼ਾਹ ਜੀ ਨੇ ਛਤਰੀ ਦਾ ਜਿਹੜਾ ਧਰਮ ਨਿਭਾਇਆ। ਛਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ, ਆਪ ਮਹਾਰਾਜ ਲਿਖਦੇ ਇਹ ਗੱਲ। ਛਤਰੀਆਂ ਦਾ ਧਰਮ ਹੀ ਨਿਭਾਇਆ, ਜਿਵੇਂ ਛਤਰੀ ਸ਼ਿਕਾਰ ਖੇਡਦੇ ਆ ਸੂਰਮੇ ਹੋ ਕੇ, ਸ਼ਸਤਰ ਬਸਤਰ ਧਾਰ ਕੇ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਕੀਤਾ। ਫਿਰ ਨਾਲੇ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਹੋ ਗਿਆ ਸਤਿਗੁਰੂ ਜੀ ਦਾ। ਸ਼ਸਤਰ ਵਿੱਦਿਆ ਦੇ ਅਭਿਆਸ ਨਾਲ ਦੁਸ਼ਟਾਂ ਨੂੰ ਮਾਰਨ ਵਾਸਤੇ ਗੁਰੂ ਸਾਹਿਬ ਨਿਰਭੈ ਵੀ ਪੂਰੇ ਹੋਏ, ਪਹਿਲਾਂ ਹੀ ਨਿਰਭੈ ਸਨ। ਇਵੇਂ ਵਿਧੀਆਂ ਬਣਾਈਆਂ, ਤਾਂ ਕਹਿੰਦੇ ਵੀ ਤਰ੍ਹਾਂ ਤਰ੍ਹਾਂ ਨਾਲ ਜਿਹੜੇ ਹੈ ਅਨੰਦਪੁਰ ਸਾਹਿਬ ਦੇ ਇਰਦ ਗਿਰਦ ਜੰਗਲ ਸਨ, ਉਹਨਾਂ ਵਿੱਚ ਸ਼ਿਕਾਰ ਖੇਲਣਾ ਕੀਤਾ ਜੀਵਾਂ ਦੀ ਕਲਿਆਣ ਵਾਸਤੇ। ਮਾਰੇ ਰੀਸ਼ ਰੋਜ਼ ਝੰਖਾਰਾ। ਉਸ ਸ਼ਿਕਾਰ ਦੇ ਵਿੱਚ ਰਿੱਛ ਮਾਰੇ, ਅਤੇ ਰੋਜ਼ ਜਿਹੜੇ ਜਿਨ੍ਹਾਂ ਨੂੰ ਗਵੇ ਵੀ ਕਿਹਾ ਜਾਂਦਾ, ਨੀਲ ਗਾਏ, ਗਾਂ ਵਰਗੇ ਹੁੰਦੇ ਆ, ਗਾਂ ਦੇ ਮੂੰਹ ਵਾਲਾ, ਉਹ ਰੋਜ਼ ਝੰਖਾਰਾ 12 ਸਿੰਘੇ। ਝੰਗ ਨਾਮ ਬਹੁਤੇ, ਖਾਰਾ ਨਾਮ ਸਿੰਘਾਂ ਦਾ, ਜਿਹਦੇ ਬਹੁਤੇ ਸਿੰਘ ਉਹ ਕੀ ਹੈ 12 ਸਿੰਘਾ। 12 ਸਿੰਘਾ ਨੀਲ ਗਾਏ ਜਾਂ ਰੋਜ਼, ਗਵੇ ਅਤੇ ਰਿੱਛ ਅਤੇ ਆਦਿਕ ਜੰਗਲੀ ਜਾਨਵਰ ਬਹੁਤ ਸ਼ਿਕਾਰ ਵਿੱਚ ਮਾਰੇ, ਕਲਿਆਣ ਕੀਤੀ। ਦੇਸ ਚਾਲ ਹਮ ਤੇ ਪੁਨ ਭਈ। ਫਿਰ ਸਾਡੇ ਜਿਹੜੇ ਆ ਦੇਸ਼ ਤੋਂ ਚਾਲ ਸਾਡੀ ਹੋਈ, ਭਾਵ ਇਹ ਦੇਸ਼ ਚਾਲ ਕੀ, ਦੇਸ਼ ਕੀ ਸੀ, ਇਲਾਕਾ ਕਿਹੜਾ ਸੀ? ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਦੇ ਇਲਾਕੇ ਤੋਂ ਅਸਾਂ ਦੀ ਚਾਲ ਹੋਈ, ਭਾਵ ਅਨੰਦਪੁਰ ਸਾਹਿਬ ਤੋਂ ਅਸਾਂ ਨੇ ਚਾਲਾ ਮਾਰਿਆ। ਸ਼ਹਿਰ ਪਾਵਟਾ ਕੀ ਸੁਧ ਲਈ। ਇਹ ਜਿਹੜਾ ਨਾਨ ਰਿਆਸਤ ਵਿੱਚ ਪੌਂਟਾ ਸ਼ਹਿਰ ਅਸਾਂ ਨੇ ਵਸਾਇਆ, ਉੱਥੋਂ ਦੀ ਖਬਰ ਸਾਰ ਲਈ। ਇਹ ਜਿਹੜਾ ਸੌਰਮੌਰ ਦੀ ਰਿਆਸਤ ਹੈ, ਜਿਹੜਾ ਜਮਨਾ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਨਾ, ਉਹਦਾ ਨਾਮ ਹੈ ਸਾਰਮੌਰ ਰਿਆਸਤ, ਜਿਹਨੂੰ ਨਾਹਨ ਵੀ ਕਿਹਾ ਜਾਂਦਾ, ਨਾਹਨ ਰਿਆਸਤ। ਅਤੇ ਉੱਥੇ ਮਹਾਰਾਜ ਜੀ ਨੇ ਜਮਨਾ ਦੇ ਕਿਨਾਰੇ 'ਤੇ ਜਿਹੜਾ ਸ਼ਾਸਨ ਦੀ ਪੌਂਟਾ ਸਾਹਿਬ ਸ਼ਹਿਰ ਵਸਾਇਆ ਹੈ। ਸ਼ਹਿਰ ਪਾਵਟਾ ਕੀ ਸੁਧ ਲਈ, ਅਤੇ ਉੱਥੇ ਜਾ ਕੇ ਸੁਧ ਖਬਰ ਸਾਰ ਲਈ। ਉਹ ਕਾਰਨ ਕੀ ਬਣਿਆ ਸੀ ਵੀ ਜਿਹੜਾ ਗੜਵਾਲ ਦੇ ਹੈਗਾ ਸੀ ਰਾਜਾ, ਸ਼੍ਰੀਨਗਰ ਦੀ ਰਾਜਧਾਨੀ ਦਾ ਵਿੱਚ ਜਿਹੜਾ ਗੜਵਾਲ ਦਾ ਇਲਾਕੇ ਰਾਸਤਾ ਸੀ, ਰਾਜਾ ਫਤਿਹ ਚੰਦ ਜਾਂ ਫਤਿਹ ਸ਼ਾਹ, ਅਤੇ ਇਹਦੇ ਨਾਲ ਮਿਲਾਪੀ ਸੀ ਬਾਬਾ ਰਾਮ ਰਾਏ ਜੀ, ਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ। ਇਹ ਵੀ ਉੱਥੇ ਗੜਵਾਲ ਦੇ ਇਲਾਕੇ ਵਿੱਚ ਹੀ ਰਹਿੰਦੇ ਸਨ, ਦੇਹਰਾਦੂਨ। ਅਤੇ ਹੁਣ ਇਹਨਾਂ ਦੀ ਰੰਗਜੇਬ ਨਾਲ ਚੰਗੀ ਬਣਦੀ ਸੀ ਬਾਬਾ ਰਾਮ ਰਾਏ ਜੀ ਦੀ।
ਜਿਸ ਕਰਕੇ ਇਹ ਫਤਿਹ ਸ਼ਾਹ ਨਾਲ ਮਿਲੇ ਹੋਏ ਸਨ। ਅਤੇ ਜਿਹੜਾ ਮੇਦਨੀ ਪ੍ਰਕਾਸ਼ ਨਾਹਨ ਦਾ ਰਾਜਾ ਸੀ, ਉਹਨੂੰ ਇਹ ਤੰਗ ਪਰੇਸ਼ਾਨ ਕਰਦੇ। ਅਤੇ ਮੇਦਨੀ ਪ੍ਰਕਾਸ਼ ਨਾਹਨ ਦਾ ਜਿਹੜਾ ਰਾਜਾ ਸੀ, ਉਹ ਬੜਾ ਪਰੇਸ਼ਾਨ, ਅਤੇ ਆਪਣੇ ਵਜ਼ੀਰਾਂ ਨੂੰ ਕਹਿੰਦਾ ਵੀ ਵੇਖੋ ਇਹ ਸਾਨੂੰ ਰਾਮ ਰਾਏ ਪਰੇਸ਼ਾਨ ਕਰਦਾ ਅਤੇ ਫਤਿਹ ਸ਼ਾਹ ਦੀ ਮਦਦ ਵੀ ਕਰਦਾ ਹੈ। ਫਤਿਹ ਸ਼ਾਹ ਇਹਦੇ ਕਰਕੇ ਸਾਨੂੰ ਤੰਗ ਕਰਦਾ ਹੈ, ਕਿਉਂਕਿ ਰਾਮ ਰਾਏ ਦੀ ਔਰੰਗਜ਼ੇਬ ਨਾਲ ਬਣਦੀ ਹੈ, ਇਸ ਕਰਕੇ ਉਹ ਸਾਡੇ ਨਾਲ ਪੱਖਪਾਤ ਕਰਕੇ ਸਾਨੂੰ ਤੰਗ ਕਰਦਾ ਹੈ। ਇਹ ਕੋਈ ਹੱਲ ਹੈ? ਅਤੇ ਵਜ਼ੀਰਾਂ ਨੇ ਕਿਹਾ ਵੀ ਹੱਲ ਤਾਂ ਇਹੀ ਹੈ ਕਿ ਜੇ ਤੁਸੀਂ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਲਓ ਇੱਥੇ ਆਪਣੀ ਰਿਆਸਤ ਵਿੱਚ, ਅਤੇ ਫਿਰ ਇਹ ਰਾਮ ਰਾਏ ਤੋਂ ਨਾ ਕਿ ਕੁਝ ਵੀ ਨਹੀਂ ਹੈ, ਤੇਰਾ ਹੱਲ ਹੋ ਜਾਊ। ਫਿਰ ਇਹਨੇ ਆਪਣੇ ਜਿਹੜੇ ਆ ਦੀਵਾਨ ਅਲਕਾਰ ਜੇ ਭੇਜ ਕੇ ਅਤੇ ਗੁਰੂ ਸਾਹਿਬ ਜੀ ਨੂੰ ਇੱਥੇ ਬੁਲਾ ਲਿਆ ਸੀ ਨਾਹਨ ਦੀ ਰਿਆਸਤ ਵਿੱਚ, ਕਿਆਰਦੂਨ ਦੇ ਇਲਾਕੇ ਵਿੱਚ। ਜਦੋਂ ਇੱਥੇ ਮਹਾਰਾਜ ਆਏ ਅਤੇ ਇਹਨੂੰ ਕਿਹਾ ਵੀ ਵੇਖ ਮੇਦਨੀ ਪ੍ਰਕਾਸ਼, ਸਾਨੂੰ ਕੋਈ ਸੁਤੰਤਰ ਦੀ ਜਗ੍ਹਾ ਦੇ ਜਿੱਥੇ ਅਸੀਂ ਆਪਣੀ ਮੌਜ ਨਾਲ ਰਹੀਏ ਕੁਝ ਸਮਾਂ। ਇਹ ਕਹਿਣ ਲੱਗਾ ਮਹਾਰਾਜ ਸਾਰਾ ਤੁਹਾਡਾ ਹੀ ਥਾਂ ਹੈ, ਜਿੱਥੇ ਮਰਜ਼ੀ ਰਹੋ। ਫਿਰ ਗੁਰੂ ਸਾਹਿਬ ਜੀ ਨੇ ਸੁਣ ਕੇ ਤੋਂ ਅਤੇ ਜਮਨਾ ਦੇ ਕਿਨਾਰੇ 'ਤੇ ਕਿਲ੍ਹਾ ਬਣਵਾਇਆ, ਜਿੱਥੇ ਗੜਵਾਲ ਦਾ ਰਾਜਾ ਫਤਿਹ ਸ਼ਾਹ ਦੀ ਹੱਦ ਸੀ ਆਉਂਦੀ, ਇਹਦੀ ਖਤਮ ਹੁੰਦੀ ਸੀ, ਉਹਦੀ ਸ਼ੁਰੂ ਹੁੰਦੀ ਸੀ। ਅਤੇ ਇਹ ਵਿਚਕਾਰ ਹੀ ਆ ਕੇ ਸਤਿਗੁਰੂ ਜੀ ਨੇ ਜਿਹੜਾ ਹੈ ਆਪਣਾ ਨਿਵਾਸ ਕਰ ਦਿੱਤਾ, ਜਮਨਾ ਦੇ ਕਿਨਾਰੇ 'ਤੇ ਕਿਲ੍ਹਾ ਬਣਵਾ ਕੇ ਨਗਰ ਸ਼ਹਿਰ ਵਸਾਇਆ ਫਿਰ ਪਾਉਂਟਾ ਸਾਹਿਬ। ਅਤੇ ਮਹਾਰਾਜ ਪਾਉਂਟਾ ਸਾਹਿਬ ਸ਼ਹਿਰ ਵਸਾ ਕੇ ਅਤੇ ਇੱਥੇ ਆ ਗਏ ਅਨੰਦਪੁਰ ਸਾਹਿਬ। ਇੱਧਰੋਂ ਜਿਹੜਾ ਰਤਨ ਰਾਏ ਰਾਜਾ ਸੀ ਅਸਾਮ ਦੇਸ਼ ਦਾ, ਉਹ ਮੱਥਾ ਟੇਕਣ ਆਇਆ ਮਹਾਰਾਜ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਅਸਾਮ ਤੋਂ ਚੱਲ ਕੇ। ਉਹਨੇ ਗੁਰੂ ਸਾਹਿਬ ਨੇ ਫਿਰ ਬੜੀਆਂ ਕੀਮਤੀ ਭੇਟਾਵਾਂ ਹੀ ਭੇਟਾਂ ਕੀਤੀਆਂ। ਉਸ ਸਮੇਂ 2.5 ਲੱਖ ਦਾ ਤੰਬੂ ਇੱਕ ਭੇਟਾ ਕੀਤਾ, 2.5 ਲੱਖ ਦੇ ਫਿਰ ਪ੍ਰਸਾਦੀ ਹਾਥੀ ਜਿਹਦੇ ਮੱਥੇ ਦੀ ਚਿੱਟੀ ਧਾਰੀ ਸੀ, ਪੰਚਕਲਾ ਸ਼ਸਤਰ ਉਹ ਭੇਟਾ ਕੀਤਾ, ਸੋਹਣੇ ਵਸਤਰ, ਹੋਰ ਪਦਾਰਥ ਨੇ ਬਹੁਤ ਮਹਾਰਾਜ ਜੀ ਨੂੰ ਜਿਹੜੇ ਭੇਟਾ ਕੀਤੇ। ਜਦੋਂ ਗੁਰੂ ਸਾਹਿਬ ਨੇ ਇੰਨਾ ਕੁਝ ਭੇਟਾ ਕੀਤਾ ਤਾਂ ਉਹ ਨਿਕਲਦੀ ਗੱਲ ਨਿਕਲ ਗਈ ਪਹਾੜੀ ਰਾਜਿਆਂ ਕੋਲ। ਅਤੇ ਇਹ ਚੀਜ਼ਾਂ ਹੁਣ ਪਹਾੜੀ ਰਾਜਾ ਕੋਲ ਵੀ ਨਹੀਂ ਸਨ, ਜਿਸ ਕਰਕੇ ਸਾਰੇ ਪਹਾੜੀ ਰਾਜੇ ਭੀਮ ਚੰਦ ਹੋਣੀ ਬੜੇ ਔਖੇ ਹੋਏ ਗੱਲ ਤੋਂ ਵੀ ਇੰਨੀਆਂ ਕੀਮਤੀ ਚੀਜ਼ਾਂ ਇਹਨਾਂ ਕੋਲ ਕਿਵੇਂ। ਅਸੀਂ ਰਾਜਿਆਂ ਕੋਲ ਵੀ ਸਾਡੇ ਕੋਲ ਵੀ ਇਹ ਚੀਜ਼ਾਂ ਨਹੀਂ ਹੈਗੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਕੋਲ ਚੀਜ਼ਾਂ ਅਨੰਦਪੁਰ ਸਾਹਿਬ ਲੈ ਕੇ ਇਹਦੇ ਰੱਖੀਆਂ ਹੋਈਆਂ। ਇਹਨਾਂ ਦੀ ਫਿਰ ਨੀਤ ਮਾੜੀ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਾਹਿਬ ਕੋਲ ਚੀਜ਼ਾਂ ਲਈਆਂ ਜਾਣ, ਕਿਉਂਕਿ ਅਸੀਂ ਰਾਜੇ ਹੁੰਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਹੈ, ਪਰ ਇਹ ਕਿੱਥੋਂ ਸਮਝਣ, ਇਹਨਾਂ ਦੀ ਬਦਨੀਤੀ ਹੋ ਗਈ। ਇੱਧਰੋਂ ਇਹਨਾਂ ਨੂੰ ਭੀਮ ਚੰਦ ਤਾਂ ਚਾਹੁੰਦਾ ਸੀ ਕਿਸੇ ਤਰ੍ਹਾਂ ਹੜੱਪਣੀਆਂ ਵਜ਼ੀਰਾਂ ਨਾਲ ਸਲਾਹ ਕਰਕੇ, ਪਰ ਇੱਧਰੋਂ ਜਿਹੜਾ ਫਤਿਹ ਸ਼ਾਹ ਸੀ ਗੜਵਾਲ ਦਾ ਰਾਜਾ ਰਿਆਸਤ ਦਾ, ਇਹਦਾ ਭੀਮ ਚੰਦ ਦੀ ਕੁੜੀ ਦੇ ਨਾਲ, ਭੀਮ ਚੰਦ ਦੇ ਮੁੰਡੇ ਦੇ ਨਾਲ ਇਹਦਾ ਆਪਣੀ ਕੁੜੀ ਦਾ ਰਿਸ਼ਤਾ ਇਹਨੇ ਪੱਕਾ ਕਰ ਦਿੱਤਾ। ਜਦੋਂ ਰਿਸ਼ਤਾ ਪੱਕਾ ਹੋ ਗਿਆ ਅਤੇ ਭੀਮ ਚੰਦ ਨੇ ਵਿਉਂਤ ਬਣਾ ਲਈ ਵਜ਼ੀਰਾਂ ਨਾਲ ਮਿਲ ਕੇ, ਕਹਿੰਦਾ ਵੀ ਆਹ ਤਾਂ ਚੰਗੀ ਗੱਲ ਬਣ ਆਈ ਆ, ਹੁਣ ਮੇਰੇ ਲੜਕੇ ਦੀ ਸ਼ਾਦੀ ਵੀ ਹੈ। ਅਤੇ ਵਜ਼ੀਰਾਂ ਨੂੰ ਕਹਿੰਦੇ ਆਪਾਂ ਕਿਸੇ ਤਰ੍ਹਾਂ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਜੀ ਕੋਲ ਝੂਠ ਝਾਠ ਬੋਲ ਕੇ ਅਤੇ ਇਹ ਪ੍ਰਸਾਦੀ ਹਾਥੀ 2.5 ਲੱਖ ਵਾਲਾ ਤੰਬੂ ਪੰਚਕਲਾ ਸ਼ਸਤਰ ਇਹ ਸਾਰੇ ਲੈ ਲਈਏ। ਜਦੋਂ ਇੱਕ ਹੱਥ ਜਾ ਗਈਆਂ ਫਿਰ ਕੌਣ ਕਿਸੇ ਦਾ, ਫਿਰ ਅਸੀਂ ਕਿੱਥੋਂ ਦੇਣੀਆਂ, ਅਸੀਂ ਫਿਰ ਨਾ ਕਿਸੇ ਚੀਜ਼ ਮੋੜਨੀ ਨਾ ਦੇਣੀ ਹੈ। ਅਤੇ ਆਪਾਂ ਹੁਣ ਕਿਸ ਤਰ੍ਹਾਂ ਲੈ ਲਈ ਵੀ ਮਹਾਰਾਜ ਸਾਨੂੰ ਲੋੜ ਅਸੀਂ ਦਿਖਾਉਣੀਆਂ ਲਾਗੀਆਂ ਨੂੰ। ਅਤੇ ਇਵੇਂ ਨੇ ਸਲਾਹ ਜੀ ਕਰ ਲਈ। ਉੱਧਰੋਂ ਫਤਿਹ ਸ਼ਾਹ ਨੇ ਆਪਣੀ ਲੜਕੀ ਦੀ ਜਿਹੜੀ ਮੰਗਣੀ ਜੀ ਕਰਕੇ ਦਿਨ ਨਿਯਤ ਕਰ ਲਿਆ ਵੀ ਇਸ ਦਿਨ ਜਿਹੜਾ ਹੈ ਸਾਰੀ ਰਸਮ ਹੋਊਗੀ, ਉਹ ਲਾਗੀ ਉਹ ਭੇਜਣੇ ਸਨ। ਅਤੇ ਇੱਧਰੋਂ ਇਹਨੇ ਮਹਾਰਾਜ ਜੀ ਦੇ ਪਾਸ ਆਪਣੇ ਜਿਹੜੇ ਐਲਕਾਰ ਭੇਜਣ ਲੈਣ ਲਈ ਵੀ ਮਹਾਰਾਜ ਪ੍ਰਸਾਦੀ ਹਾਥੀ ਦਿਓ ਅਤੇ ਲਾਗੀ ਆਉਣੇ ਆ। ਫਿਰ ਉਹ ਇਹਦਾ ਭੇਜੇ ਹੋਏ ਜਿਹੜੇ ਇਹਦੇ ਕੋਈ ਬੰਦੇ ਆ ਉਹ ਅਨੰਦਪੁਰ ਸਾਹਿਬ ਆ ਗਏ। ਮਹਾਰਾਜ ਨੂੰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੀ ਇਹ
ਭੀਮ ਚੰਦ ਜਿਹੜਾ ਹੈ ਉਹਦੇ ਲੜਕੇ ਦਾ ਰਿਸ਼ਤਾ ਫਤਿਹ ਸ਼ਾਹ ਰਾਜੇ ਦੀ ਲੜਕੀ ਦੇ ਨਾਲ ਪੱਕਾ ਹੋ ਗਿਆ ਹੈ। ਇਵੇਂ ਜਿਹੜੇ ਲਾਗੀ ਹੈ ਪੁਰੋਹਿਤ ਪਰਾਹਤ ਉਹਨਾਂ ਨੇ ਵੇਖਣ ਵੂਖਣ ਸਭ ਕੁਝ ਆਉਣਾ ਹੈ। ਅਤੇ ਉਹਨੇ ਆਪਣੀ ਹਰ ਕੋਈ ਚਾਹੁੰਦਾ ਹੀ ਹੈ ਵੀ ਮੇਰੀ ਟੌਰ ਬਣੇ, ਮੇਰਾ ਸਭ ਕੁਝ ਬਣੇ। ਤੁਹਾਨੂੰ ਪਤਾ ਹੀ ਹੈ ਮਹਾਰਾਜ ਇੱਧਰ ਉੱਧਰ ਵਿਖਾ ਲਈਦਾ ਆਪਣੀ ਜਿਹੜੀ ਹੈ ਵਿਭੂਤੀ। ਅਤੇ ਤੁਸੀਂ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਵੀ ਆਪਣਾ ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ, 2.5 ਲੱਖ ਦਾ ਤੰਬੂ ਸਾਨੂੰ ਦੇ ਦਿਓ। ਜਦੋਂ ਲਾਗੀ ਵੇਖ ਵੂਖ ਲੈਣਗੇ ਫਿਰ ਤੁਹਾਨੂੰ ਅਸੀਂ ਵਾਪਸ ਕਰ ਦਾਂਗੇ। ਗੁਰੂ ਸਾਹਿਬ ਹੁਣ ਅੰਤਰਜਾਮੀ ਮਹਾਰਾਜ ਕਿਹੜੇ ਕਿਤੇ ਗੱਲ ਕੋਈ ਲਗੀ ਛਿਪੀ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਚਲੋ ਸਲਾਹ ਕਰਕੇ ਦੱਸਾਂਗੇ। ਫਿਰ ਮਾਮਾ ਕਿਰਪਾਲ ਚੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰੀ ਬੀਬੀ ਵੀਰੋ ਜੀ, ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੂਆ ਜੀ, ਉਹਨਾਂ ਦੇ ਪੁੱਤਰ ਅੱਗੇ ਸੰਗੋ ਸ਼ਾਹ, ਗੁਲਾਬ ਚੰਦ, ਅਜੀਤ ਮੱਲ, ਸਾਰੇ ਪੁੱਤਰ ਉਹ ਵੀ ਉੱਥੇ ਭਾਲੇ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਸਭ ਨੂੰ ਭਾਲਿਆ। ਅਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਵੇਖੋ ਇਹ ਆਪਣੇ ਕੋਲ ਜੋ ਸੰਗਤ ਦੀਆਂ ਚੜ੍ਹਾਈਆਂ ਹੋਈਆਂ ਚੀਜ਼ਾਂ ਮੰਗ ਰਹੇ ਆ ਅਤੇ ਕਿਵੇਂ ਕਰਨੀ ਚਾਹੀਦੀ ਹੈ ਮਾਮਾ ਕਿਰਪਾਲ ਚੰਦ ਜੀ, ਸਾਰੀ ਤੁਸੀਂ ਦੱਸੋ। ਸਭ ਨੇ ਉਹ ਕਿਹਾ ਵੀ ਵੇਖੋ ਮਹਾਰਾਜ ਆਪਾਂ ਇਹਨਾਂ ਦੇ ਇਲਾਕੇ 'ਚ ਹੀ ਰਹਿੰਦੇ ਹਾਂ। ਬਿਲਾਸਪੁਰ ਦਾ ਹੀ ਭੀਮ ਚੰਦ ਰਾਜਾ ਸੀ। ਆ ਬਿਲਾਸਪੁਰ ਗੁਰੂ ਕੇ ਲਾਹੌਰ ਵਿੱਚ ਹੀ ਆਉਂਦਾ ਹੈ। ਅਤੇ ਮਹਾਰਾਜ ਨੇ ਇਹ ਕਹਿੰਦੇ ਮਹਾਰਾਜ ਵੇਖੋ ਅਸੀਂ ਉਹਨਾਂ ਦੇ ਇਲਾਕੇ 'ਚ ਹੀ ਰਹਿ ਰਹੇ ਹਾਂ, ਫਿਰ ਉਹ ਰਾਜਾ ਵੀ ਹੈ, ਨਹੀਂ ਚੀਜ਼ਾਂ ਦੇਵਾਂਗੇ ਅਣਬਣ ਹੋਊ, ਫਿਰ ਲੜੂ ਝਗੜੂਗਾ। ਚਲੋ ਆਪਾਂ ਦੇ ਦਿੰਦੇ, ਫਿਰ ਵਾਪਸ ਤਾਂ ਹੋ ਹੀ ਜਾਣੀ ਹੈ ਅਤੇ ਆਪਾਂ ਦੇ ਦਿੰਦੇ ਹਾਂ। ਗੁਰੂ ਸਾਹਿਬ ਹੁਣ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਠੀਕ ਹੈ। ਨਾਲ ਕਹਿੰਦੇ ਸਾਰੇ ਜਾਣੇ ਮਿਲ ਜੁਲ ਕੇ ਵੀ ਮਹਾਰਾਜ ਅੱਗੇ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਚਾਹੁੰਦੇ ਵੀ ਤੁਸੀਂ ਦੇ ਹੀ ਦਿਓ। ਚਲੋ ਨਾਲ ਬਣੀ ਰਹੇਗੀ, ਜਿੱਥੇ ਰਹੀਏ ਉੱਥੇ ਕਰਨਾ ਵੀ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ ਵੀ ਜੇ ਤੁਸੀਂ ਸਾਡੀ ਮਰਜ਼ੀ ਪੁੱਛਦੇ ਹੋ ਫਿਰ ਸਾਡੀ ਮਰਜ਼ੀ ਤਾਂ ਇਹ ਵੀ ਇਹਨਾਂ ਨੂੰ ਕੱਖ ਨਾ ਦੇਈਏ। ਕਹਿੰਦੇ ਮਹਾਰਾਜ ਵੇਖ ਲਓ ਕਿੱਦਾਂ ਕਰਨੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਵੀ ਵੇਖੋ ਜੇ ਇਹਨਾਂ ਨੂੰ ਚੀਜ਼ਾਂ ਦਿੰਦੇ ਆ ਅਤੇ ਇਹਨਾਂ ਵਾਪਸ ਨਹੀਂ ਕਰਨੀਆਂ ਤਾਂ ਸਾਨੂੰ ਲੜਾਈ ਤਾਂ ਕਰਨੀ ਪੈਣੀ। ਫਿਰ ਜਦੋਂ ਵਾਪਸ ਨਾ ਕੀਤੀਆਂ ਅਤੇ ਜੇ ਨਹੀਂ ਦਿੰਦੇ ਤਾਂ ਝਗੜਨਾ ਇੰਨਾ ਤਾਂ ਵੀ ਹੈ। ਜੇ ਦਿੰਦੇ ਹਾਂ ਤਾਂ ਫਿਰ ਜ਼ਿਆਦਾ ਝਗੜਾ ਪੈਂਦਾ ਵੀ ਦੇ ਕੇ ਫਿਰ ਮੁੜਦੀਆਂ ਕੋਈ ਨਹੀਂ ਹੈ ਅਤੇ ਆਪਾਂ ਝਗੜਨਾ ਹੈ, ਲੜਾਈ ਪੈਣੀ ਹੈ। ਅਤੇ ਉਹ ਦੇ ਕੇ ਆਪਾਂ ਚੀਜ਼ਾਂ ਸਾਰੀਆਂ ਗੁਰੂ ਘਰ ਦੀਆਂ ਵਸਤਾਂ ਗਵਾ ਕੇ ਜੋ ਲੜਨਾ ਅਤੇ ਆਪਾਂ ਦੇਈਏ ਨਾ, ਜਿਹਨਾਂ ਲੜਨਾ ਫਿਰ ਲੜ ਲਾਂਗੇ ਆਪਾਂ। ਇਹ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ। ਫਿਰ ਗੁਰੂ ਸਾਹਿਬ ਜੀ ਦੇ ਭੂਆ ਦੇ ਸਪੁੱਤਰ ਬੀਬੀ ਵੀਰੋ ਜੀ ਦੇ ਭਾਈ ਸੰਗੂ ਸ਼ਾਹ, ਅਜੀਤ ਮੱਲ, ਗੁਲਾਬ ਚੰਦ, ਇਹਨਾਂ ਸਾਰਿਆਂ ਨੇ ਕਿਹਾ ਮਹਾਰਾਜ ਬਿਲਕੁਲ ਠੀਕ ਆ, ਆਪਾਂ ਕਿਸੇ ਨੂੰ ਕੱਖ ਨਹੀਂ ਦੇਣਾ ਹੈ। ਇਹ ਗੱਲ ਕਹਿ ਦਿੱਤੀ ਅਤੇ ਗੁਰੂ ਸਾਹਿਬ ਜੀ ਕੋਲ ਫਿਰ ਉਹ ਭੇਜ ਦਿੱਤੇ ਭੀਮ ਚੰਦ ਨੇ ਆਪਣੇ ਬੰਦੇ ਵੀ ਉਹ ਦੋ ਪ੍ਰਸਾਦੀ ਹਾਥੀ, ਤੰਬੂ, ਪੰਜ ਕਲਾ ਸ਼ਸਤਰ, ਸ਼ਾਦੀ ਆਉਣ ਵਾਲੀ ਨੇੜੇ ਹੀ। ਮਹਾਰਾਜ ਜੀ ਨੇ ਕਿਹਾ ਵੀ ਅਸੀਂ ਨਹੀਂ ਇਹ ਦੇ ਸਕਦੇ, ਸੰਗਤ ਦੀ ਚੀਜ਼ ਹੈ, ਇੱਥੇ ਗੁਰੂ ਘਰ ਚੜ੍ਹਾਈ ਹੈ ਅਤੇ ਗੁਰੂ ਘਰ ਹੀ ਰਹੇਗੀ। ਜਦੋਂ ਵਾਪਸ ਕੀਤਾ ਅਤੇ ਭੀਮ ਚੰਦ ਬੜਾ ਔਖਾ ਹੋਇਆ। ਵਜ਼ੀਰਾਂ ਨੂੰ ਕਹਿਣ ਲੱਗਾ ਉਹ ਸਾਡੇ ਇਲਾਕੇ 'ਚ ਰਹਿ ਕੇ ਤੇ ਸਾਨੂੰ ਚੀਜ਼ਾਂ ਨਹੀਂ ਦੇ ਰਹੇ, ਮੈਂ ਲੈਣੀਆਂ ਮੈਂ ਜਿੱਦਾਂ ਮਰਜ਼ੀ ਲਵਾਂ, ਇਹ ਮੈਨੂੰ ਸੌਂਪਦੀਆਂ, ਮੈਂ ਰਾਜਾ ਹਾਂ। ਬਹੁਤ ਗੱਲਾਂ ਗੁੱਲਾਂ ਕਰੇ। ਫਿਰ ਕੁਝ ਵਜ਼ੀਰ ਸਿਆਣੇ ਸਨ, ਕੁਝ ਵਿੱਚੋਂ ਆਂਦੇ ਵੀ ਵੇਖ ਤੂੰ ਭੀਮ ਚੰਦ ਐਵੇਂ ਮੁੰਡੇ ਦਾ ਵਿਆਹ ਹੈ, ਲੜਕੇ ਦਾ, ਵਿੱਚ ਪਵਾੜਾ ਨਾ ਕੋਈ ਪਾ ਦੇਂ, ਹਜੇ ਤੂੰ ਲੜਾਈ ਝਗੜਾ ਨਾ ਕਰ ਅਤੇ ਆਪਣਾ ਸ਼ਾਦੀ ਸੁੱਖ ਸਾਂਦ ਨਾ ਕਰ ਲਈਏ, ਫਿਰ ਆਪਾਂ ਕਿਸ ਤਰ੍ਹਾਂ ਲੈ ਲਾਂਗੇ। ਇਹ ਕਿੱਥੇ ਮੰਨੇ, ਕਹਿੰਦਾ ਵੀ ਮੈਂ ਵਿਖਾਉਣੀ ਆ, ਮੇਰੇ ਤਾਂ ਨੱਕ ਰਹਿੰਦਾ ਹੈ, ਇਹ ਬੋਲਣੋਂ ਹਟੇ ਨਾ। ਵਜ਼ੀਰ ਇੱਕ ਸਿਆਣਾ ਸੀ, ਗੁਰੂ ਕੇ ਸ਼ਰਧਾ ਰੱਖਣ ਵਾਲਾ, ਕਹਿੰਦਾ ਵੀ ਕੋਈ ਨਹੀਂ ਮਾਂ ਨੂੰ ਕਹਾਂਗੇ, ਜਦੋਂ ਵਿਆਹ ਦੇ ਨੇੜੇ ਜਦੋਂ ਆਊਗਾ ਸਮਾਂ ਅਤੇ ਆਪਾਂ ਨੇੜੇ ਦੀ ਜਾ ਕੇ ਲੈ ਲਾਂਗੇ ਅਤੇ ਤੂੰ ਝਗੜਾ ਨਾ ਪਾ, ਗੁਰੂ ਸਾਹਿਬ ਨੂੰ ਮਨਾ ਲਾਂਗੇ ਅਤੇ ਤੂੰ ਹੁਣ ਨਾ ਕੁਝ ਕਹਿ। ਫਿਰ ਸਲਾਹ ਕਰਕੇ ਉਦੋਂ ਵਿਆਹ ਦੇ ਦਿਨ ਆ ਗਏ ਅਤੇ ਇੱਥੇ ਆ ਗਿਆ। ਇਹਨੂੰ ਭੇਜਿਆ ਫਿਰ ਮਹਾਰਾਜ ਦੋ ਤੰਬੂ ਵੀ ਦੇ ਦਿਓ, 2.5 ਲੱਖ ਵਾਲਾ ਪ੍ਰਸਾਦੀ ਹਾਥੀ ਵੀ ਦੇ ਦਿਓ, ਰਾਜੇ ਨੇ ਮੰਗਾਇਆ ਹੈ। ਮਹਾਰਾਜ ਕਹਿੰਦੇ ਵੀ ਇਹ ਤਾਂ ਨਹੀਂ ਮਿਲਣਾ ਹੈ। ਫਿਰ ਇਹ ਬੜਾ ਔਖਾ ਹੋਇਆ। ਉਦੋਂ ਇਹ ਦੁਸ਼ਮਣ ਗੁਰੂ ਸਾਹਿਬ ਦਾ ਪੂਰੇ ਬਣ ਗਿਆ ਭੀਮ ਚੰਦ ਇਸੇ ਗੱਲੋਂ। ਇੱਧਰੋਂ ਮੇਦਨੀ ਪ੍ਰਕਾਸ਼ ਜਿਹੜਾ ਸਾਰਮੌਰ ਰਿਆਸਤ ਦਾ ਰਾਜਾ, ਜਿਹਨੂੰ ਨਾਹਨ ਕਹਿੰਦੇ, ਸਾਰਮੌਰ ਨਾਹਨ ਰਿਆਸਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੇਦਨੀ ਪ੍ਰਕਾਸ਼ ਨੇ ਮਹਾਰਾਜ ਨੂੰ ਉੱਧਰ ਬੁਲਾ ਲਿਆ।
ਤੇ ਗੁਰੂ ਸਾਹਿਬ ਜੀ ਉੱਥੇ ਪੌਂਟਾ ਸਾਹਿਬ ਦੀ ਧਰਤੀ ਦੇ ਸੁਭਾਏਮਾਨ ਇੱਧਰੋਂ ਵਿਆਹ ਦੇ ਦਿਨ ਆ ਗਏ ਅਤੇ ਭੀਮ ਚੰਦ ਦੇ ਹੁਣ ਜਿਹੜੀ ਜੰਝ ਬਰਾਤ ਸੀ ਆਉਂਦੀ ਲੰਘਣੀ ਸੀ ਜਿਹੜੀ ਜਿੱਧਰ ਸਤਿਗੁਰੂ ਮਹਾਰਾਜ ਬਿਰਾਜਮਾਨ ਸਨ। ਅਤੇ ਇਹ ਭੀਮ ਚੰਦ ਹੁਣੀ ਫਿਰ ਆ ਗਏ ਤਰਲਿਆਂ 'ਤੇ ਵੀ ਮਹਾਰਾਜ ਸਾਡੀ ਜੰਝ ਲੰਘ ਲੈਣ ਦਿਓ, ਬਰਾਤ ਲੰਘ ਲੈਣ ਦਿਓ। ਸੱਚੇ ਪਾਤਸ਼ਾਹ ਨੇ ਕੁਝ ਨਹੀਂ ਗੱਲ ਮੰਨੀ। ਆ ਕਈ ਜਿਹੜੇ ਕਹਿੰਦੇ ਨਾ ਨਿਮਰਤਾ ਉਹਨਾਂ ਨੂੰ ਸੁਣਨਾ ਚਾਹੀਦਾ ਇਹੋ ਜਿਹਾ ਇਤਿਹਾਸ, ਕਿਉਂ ਵੀ ਟੇਢੇ ਨਾਲ ਟੇਢਾ ਹੀ ਹੋਣਾ ਪੈਂਦਾ ਹੈ। ਮਹਾਰਾਜ ਜੀ ਦਾ ਇਹੋ ਹੁਕਮ ਹੈ। ਨੇ ਬਹੁਤੀ ਨਿਮਰਤਾ ਵੀ ਗੁਰੂ ਘਰਾਂ 'ਚ ਨਹੀਂ ਚੱਲਦੀ। ਅਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਅਸੀਂ ਕੋਈ ਗੱਲ ਗੁੱਲ ਤਾਂ ਤੁਹਾਡੀ ਮੰਨਣੀ ਨਹੀਂ ਆ। ਹਾਂ ਇੰਨੀ ਗੱਲ ਮੰਨਦੇ ਹਾਂ ਕਿ ਬਰਾਤ ਕੋਈ ਲੰਘਣ ਨਹੀਂ ਦੇਣੀ ਆ। ਜਿਹੜੇ ਚਲੋ ਜਿਨ੍ਹਾਂ ਦਾ ਨਹੀਂ ਵਾਰਾ ਖਾਂਦਾ ਲਾੜੇ ਦੇ ਨਾਲ ਜਿਵੇਂ ਸਰਬਾਲਾ ਹੁੰਦਾ, ਚਲੋ ਮਾਂ ਪਿਓ ਜ਼ਰੂਰੀ ਹੁੰਦੇ ਆ। ਇਹ ਜੇ ਲੰਘ ਸਕਦੇ 2-4 ਜਣੇ ਤਾਂ ਲੰਘ ਜਾਣ, ਸਾਰੇ ਨਹੀਂ ਲੰਘਣ ਦੇਣੇ। ਕਿਉਂਕਿ ਤੁਹਾਡੀ ਬਰਾਤ ਨੇ ਖੌਰੂ ਪਾਉਣਾ ਹੈ, ਇਹਨਾਂ ਕਿਸੇ ਨੇ ਅੱਖਾਂ ਕੱਢਣੀਆਂ। ਇੱਥੇ ਸੂਰਮੇ ਬੈਠੇ ਸਾਡੇ ਸਿੰਘ, ਅਤੇ ਫਿਰ ਇੱਥੇ ਜੰਗ ਯੁੱਧ ਹੋ ਜੂ ਵਿਆਹ ਦੇ ਵਿੱਚ, ਕੋਈ ਕੁਛ ਨਿਬੜ ਜੂਗਾ ਅਤੇ ਕੋਈ ਫਾਇਦਾ ਨਹੀਂ। ਲੰਘਣ ਨਹੀਂ ਕਿਸੇ ਨੂੰ ਦੇਣਾ। ਚਲੋ ਸਰਬਾਲਾ ਆਦਿ ਕਿਤੇ ਲਾੜਾ ਲੂੜਾ ਲੰਘ ਜੇ। ਅਤੇ ਇੱਧਰੋਂ ਜਿਹੜਾ ਫਤਿਹ ਸ਼ਾਹ ਸੀ ਗਲਵਾਨ ਦਾ ਰਿਆਸਤ ਦਾ ਰਾਜਾ, ਜਿਹਦੀ ਲੜਕੀ ਦਾ ਵਿਆਹ ਸੀ ਭੀਮ ਚੰਦ ਦੇ ਮੁੰਡੇ ਨਾਲ, ਅਤੇ ਉਹ ਫਤਿਹ ਸ਼ਾਹ ਜਿਹੜਾ ਮੇਦਨੀ ਪ੍ਰਕਾਸ਼ ਦੇ ਨਾਲ ਉਹਨੇ ਮਿਲਾਪ ਕਰ ਲਿਆ ਸੀ ਗੁਰੂ ਕਾ ਭੈ ਕਰਕੇ, ਵੀ ਗੁਰੂ ਮਹਾਰਾਜ ਪੌਂਟਾ ਸਾਹਿਬ 'ਚ ਨਿਵਾਸ ਕਰਨ ਲੱਗ ਪਏ ਆ ਅਤੇ ਮੇਦਨੀ ਪ੍ਰਕਾਸ਼ ਦਾ ਇਹਨਾਂ ਦੇ ਨਾਲ ਸੰਬੰਧ ਹੈ। ਇੱਧਰ ਫਿਰ ਇਹਨੇ ਮੇਲ ਜੋਲ ਕਰ ਲਿਆ ਸੀ। ਉਹ ਜਿਹੜੇ ਲਾਗਤਬਾਜ਼ੀ ਛੱਡ ਦਿੱਤੀ ਫਤਿਹ ਸ਼ਾਹ ਨੇ। ਅਤੇ ਫਤਿਹ ਸ਼ਾਹ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਿੱਠੀ ਭੇਜ ਦਿੱਤੀ ਵਿਆਹ ਦੀ ਕਿ ਮਹਾਰਾਜ ਤੁਸੀਂ ਵਿਆਹ 'ਚ ਦਰਸ਼ਨ ਦਿਓ। ਅਤੇ ਮਹਾਰਾਜ ਨੇ ਮਨਾ ਕੀਤਾ ਵੀ ਅਸੀਂ ਤਾਂ ਆ ਨਹੀਂ ਸਕਦੇ। ਚਲੋ ਅਸੀਂ ਸਿਆਣੇ ਜਿਹੜੇ ਪੁਰੋਹਿਤ ਆਪਣੇ ਗੁਰੂ ਘਰੋਂ ਸਿੱਖ ਉਹ ਸਿਆਣੇ ਭੇਜ ਦਾਂਗੇ। ਵਿਆਹ ਦਾ ਦਿਨ ਨਿਯਤ ਹੋਇਆ ਅਤੇ ਗੁਰੂ ਮਹਾਰਾਜ ਨੇ ਫਿਰ ਉਸ ਵੇਲੇ ਆਪਣੇ ਸਿੱਖ ਦੀਵਾਨ ਭਾਈ ਨੰਦ ਚੰਦ ਨੂੰ 1.25 ਲੱਖ ਦਾ ਨਿਉਂਦਾ ਦੇ ਕੇ ਭੇਜਿਆ ਵੀ ਰਾਜੇ ਦੀ ਲੜਕੀ ਨੂੰ ਇਹ ਦੇ ਦੇਣਾ ਸਾਡੇ ਵੱਲੋਂ। 1.25 ਲੱਖ ਦਾ ਨਿਉਂਦਾ ਲੈ ਕੇ ਅਤੇ ਭਾਈ ਨੰਦ ਚੰਦ 'ਤੇ ਪਹੁੰਚ ਗਿਆ ਦੀਵਾਨ। ਉੱਥੇ ਜਦੋਂ ਸਾਰਾ ਵਿਆਹ ਦੇ ਉੱਥੇ ਹੋਇਆ, ਭੀਮ ਚੰਦ ਹੋਣੀ ਪਹੁੰਚੇ। ਜਿਵੇਂ ਆ ਲੜਕੇ ਲੁੜਕੇ ਵਾਲੇ ਜਾਂ ਸਾਰੇ ਦਾਜ ਦੂਜ ਵਹਿੰਦੇ ਹੁੰਦੇ ਆ ਅਤੇ ਕਈ ਨੂੰ ਵਿਖਾਉਂਦੇ ਹੁੰਦੇ ਨਾ ਵੀ ਆਹ ਫਲਾਣੇ ਨੇ ਆਹ ਦਿੱਤਾ, ਧਗਾਣੇ ਨੇ ਆਹ ਦਿੱਤਾ। ਅਤੇ ਉੱਥੇ ਸਾਰੇ ਰਾਜਿਆਂ ਨੇ ਹੁਣ ਦਿੱਤਾ ਸੀ ਫਤਿਹ ਸ਼ਾਹ ਦੀ ਲੜਕੀ ਨੂੰ ਦਾਜ ਆਪਣੇ ਵੱਲੋਂ ਨਿਉਂਦੇ ਦਿਖਾ ਰਹੇ ਇੱਕ ਦੂਜੇ ਦਾ, ਉਹਦਾ ਹੈ ਆ ਉਹਦਾ ਹੈ। ਅਤੇ ਗੁਰੂ ਸਾਹਿਬ ਦਾ ਜਿਹੜਾ ਨਿਉਂਦਾ ਪਿਆ ਸੀ 1.25 ਲੱਖ ਦਾ, ਜਿਹਦੇ ਵਿੱਚ ਸੋਹਣੇ ਗਹਿਣੇ ਅਤੇ ਬਸਤਰ ਸਨ। 1.25 ਲੱਖ ਉਦੋਂ ਕਿਤੇ ਥੋੜ੍ਹੀ ਸੀ, ਬਹੁਤ ਜ਼ਿਆਦਾ ਸੀ। ਗਹਿਣੇ ਬਸਤਰ ਬੜੇ ਸੋਹਣੇ, ਉਹ ਵੱਖਰਾ ਹੀ ਦਿਖੇ ਉਹਨਾਂ ਸਾਰਿਆਂ ਦੇ ਵਿੱਚੋਂ ਹੀ ਰਾਜਿਆਂ ਨਾਲੋਂ। ਭੀਮ ਚੰਦ ਕਹਿੰਦਾ ਵੀ ਆਹ ਕਿਹੜੇ ਰਾਜੇ ਦਾ ਹੈ ਨਿਉਂਦਾ, ਇਹ ਬੜਾ ਕੀਮਤੀ ਲੱਗਦਾ। ਇਹ ਭੀਮ ਚੰਦ ਜਦੋਂ ਖਟੀਆ ਦੇ ਵੇਖ ਕੇ ਇੰਨੀ ਗੱਲ ਕਹੀ ਹੈ, ਇੰਨੇ ਨੂੰ ਜਿਹੜਾ ਭੀਮ ਇਹਦਾ ਫਤਿਹ ਸ਼ਾਹ ਦਾ ਕੋਈ ਦੀਵਾਨ ਸੀ ਜਿਹੜਾ ਦੱਸ ਰਿਹਾ ਸੀ ਸਾਰਿਆਂ ਹੀ, ਉਹ ਫਿਰ ਗੱਜ ਵੱਜ ਕੇ ਬੋਲਿਆ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ ਸੁਭਾਏਮਾਨ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਮਹਾਰਾਜੇ ਹਨ, ਉਹਨਾਂ ਵੱਲੋਂ ਫਤਿਹ ਸ਼ਾਹ ਦਾ ਬੜਾ ਭਾਰੀ ਪ੍ਰੇਮ ਦੇਖ ਕੇ 1.25 ਲੱਖ ਦਾ ਨਿਉਂਦਾ ਜਿਹੜਾ ਭੇਜਿਆ ਗਿਆ ਹੈ। ਜਦੋਂ ਭੀਮ ਚੰਦ ਨੇ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਇਹ ਤੋਂ ਲੱਗ ਗਈ ਅੱਗ ਉੱਥੇ ਹੀ। ਇਹ ਕਹਿੰਦਾ ਉਹ ਮੇਰੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਜੀ ਅਤੇ ਮੇਰਾ ਕੁੜਮ ਜਿਹੜਾ ਉਹਨਾਂ ਨਾਲ ਵਰਤੇ, ਇਹ ਤਾਂ ਉੱਥੇ ਖਲਾਰਾ ਪਾ ਕੇ ਬਹਿ ਗਿਆ ਉਦੋਂ ਹੀ। ਮੈਂ ਤਾਂ ਲੜਕੀ ਨਹੀਂ ਲੈ ਕੇ ਜਾਵਾਂਗਾ, ਮੈਂ ਰਿਸ਼ਤਾ ਹੀ ਨਹੀਂ ਕਰਨਾ, ਇਹ ਰੌਲਾ ਪਾ ਲਿਆ ਉੱਥੇ। ਫਿਰ ਵਿੱਚੋਂ ਹੀ ਸਮਝਾਇਆ ਕਈਆਂ ਨੇ ਵੀ ਵੇਖੋ ਅਤੇ ਫਤਿਹ ਸ਼ਾਹ ਨੂੰ ਪਤਾ ਨਹੀਂ ਸੀ, ਅਚਨਚੇ ਦੀ ਗੱਲਬਾਤ ਹੋ ਗਈ ਆ ਅਤੇ ਤੂੰ ਗੁੱਸਾ ਨਾ ਕਰ ਅਤੇ ਅਸੀਂ ਇਹਨੂੰ ਕਹਿ ਦਿੰਦੇ ਵੀ ਨਿਉਂਦਾ ਮਹਾਰਾਜ ਦਾ ਮੋੜ ਦੇ। ਅਤੇ ਇਹਨਾਂ ਫਤਿਹ ਸ਼ਾਹ ਨੂੰ ਕਿਹਾ। ਫਤਿਹ ਸ਼ਾਹ ਦਾ ਹੁਣ ਜੀਅ ਕਰਦਾ ਨਹੀਂ ਸੀ ਮੋੜਨ ਨੂੰ, ਪਰ ਹੁਣ ਲੜਕੀ ਦੀ ਗੱਲ ਆ ਗਈ, ਹੁਣ ਰਿਸ਼ਤੇ ਦੀ ਗੱਲ ਆ ਗਈ, ਕਰੇ ਕੀ ਵਿਚਾਰਾ, ਲੜਕੀ ਵਾਲਿਆਂ ਨੂੰ ਝੁਕਣਾ ਹੀ ਪੈਂਦਾ। ਅਤੇ ਫਤਿਹ ਸ਼ਾਹ ਫਿਰ ਉਸ ਵੇਲੇ ਬੱਧਾ ਚੱਟਾ ਜਿਹਾ ਵਿਚਾਰਾ ਵੀ ਕੁੜਮ ਹੁਣ ਰੁੱਸ ਪਿਆ, ਕੀ ਕਰੀਏ, ਅਤੇ ਉਹ ਨਿਉਂਦਾ ਮਹਾਰਾਜ ਦਾ ਮੋੜ ਦਿੱਤਾ। ਇਹਨਾਂ ਦੀ ਅਸਲ ਵਿੱਚ ਨੀਤ ਇਹ ਸੀ ਵੀ ਨਿਉਂਦਾ ਬੜਾ ਕੀਮਤੀ ਹੈ। ਭੀਮ ਚੰਦ ਦੀ ਇਹ ਨੀਤ ਸੀ ਵੀ ਜਦੋਂ ਇਹ ਮੋੜੂਗਾ ਅਤੇ ਰਾਜ ਫੜ ਫੁੜ ਕੇ ਅਤੇ ਖੋਲਾਂਗੇ, ਪਰ ਇੱਥੇ ਉਹ ਆਕੜ ਦੀ ਦਿਖਾਈ ਜਾਵੇ ਅਸੀਂ ਲੈਣਾ ਹੀ ਨਹੀਂ, ਅਸੀਂ ਲੈਣਾ ਹੀ ਨਹੀਂ।
ਇੱਧਰੋਂ ਭਾਈ ਨੰਦ ਚੰਦ ਦੀਵਾਨ ਬੜਾ ਸਿਆਣਾ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਇਹਨਾਂ ਦੀ ਬਦਨੀਤੀ ਹੈ, ਇਹ ਤਿਆਰੀਆਂ ਵਿੱਚ ਖੂਨ ਦੇ ਦਵਾ ਦਵਾ ਉਹਨਾਂ ਨੇ ਸੰਕੋਚਿਆ ਵੀ ਚਲੋ ਨਹੀਂ ਲੈਣਾ ਤੇ ਤੁਹਾਡੀ ਮਰਜ਼ੀ ਹੋਏ। ਵਿਚਾਰੇ ਕਿਆ ਕਰੇ, ਜਾਂ ਭਾਗ ਤੁਰ ਮੰਦੇ ਵੀ ਫਤਿਹ ਸ਼ਾਹ ਤਾਂ ਹੁਣ ਕੁੜਮ ਦੀ ਵੇਖਣੀ ਹੈ, ਗੁਰੂ ਦੀ ਥੋੜ੍ਹੀ ਵੇਖਣੀ ਗੱਲ। ਉਸੇ ਵੇਲੇ ਸਮੇਟਿਆ ਸਾਰਾ ਕੁਝ ਹੀ ਭਾਈ ਨੰਦ ਚੰਦ ਨੇ। ਇਹ ਅਜੇ ਘਾਟੀ ਦੀ ਤਿਆਰੀਆਂ ਜਾਂ ਕਰ ਰਹੇ ਸਨ। ਇਹਦੇ ਬੰਦੇ ਭੀਮ ਚੰਦ ਦੇ ਉਹ 5-7 ਝਟਕਾ ਕੇ ਦਵਾ ਦਵਾ ਅਤੇ ਭਾਈ ਨੰਦ ਚੰਦ ਜਿਹੜਾ ਅਨੰਦਪੁਰ ਸਾਹਿਬ ਆ ਗਿਆ ਅਤੇ ਗੁਰੂ ਸਾਹਿਬ ਨੇ ਆਉਂਦਾ ਵਾਪਸ ਕਰ ਦਿੱਤਾ। ਅਤੇ ਭੀਮ ਚੰਦ ਹੋਣਾ ਦਾ ਐਵੇਂ ਵੈਰ ਵੱਜ ਗਿਆ। ਅਤੇ ਭੀਮ ਚੰਦ ਨੇ ਉਸ ਵੇਲੇ ਕਿਹਾ ਆਪਣੇ ਫਤਿਹ ਸ਼ਾਹ ਕੁੜਮ ਨੂੰ ਵੀ ਵੇਖ, ਤੇਰੇ ਨਾਲ ਮੇਰੀ ਤਾਂ ਬਣਦੀ ਹੈ ਜੇ ਤੂੰ ਮੇਰੇ ਅੱਗੇ ਲੱਗ ਕੇ ਅਤੇ ਗੁਰੂ ਗੋਬਿੰਦ ਸਿੰਘ ਨਾਲ 2 ਹੱਥ ਕਰੇ। ਫਿਰ ਫਤਿਹ ਸ਼ਾਹ ਨੇ ਬਿਨਾਂ ਵਜ੍ਹਾ ਹੀ ਜਿਹੜਾ ਫਾ ਲਿਆ ਸੀ। ਅਤੇ ਗੁਰੂ ਸਾਹਿਬ ਜੀ ਨੇ ਇੱਥੇ ਅੱਗੇ ਕਥਨ ਹੀ ਕਰ ਰਹੇ ਹੈ, ਉਹ ਇਸ਼ਾਰੇ ਮਾਤਰ ਹੀ ਸਤਿਗੁਰੂ ਜੀ ਨੇ ਲਿਖਿਆ। ਥੋੜ੍ਹਾ ਆਪਾਂ ਇਹਦਾ ਇਤਿਹਾਸ ਤੇ ਇਹ ਗੱਲ ਦਾ ਬੜਾ ਲੰਬਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਕਰੀਏ, ਸਰਵਣ ਕਰੀਏ, ਉਦੋਂ ਆਉਂਦਾ ਹੈ ਸਾਰਾ ਇਤਿਹਾਸ। ਅਤੇ ਸ਼ਹਿਰ ਪਾਉਂਟਾ ਕੀ ਸੁਧ ਲਈ ਖਾਲਸਾ ਜੀ। ਫਿਰ ਅਸਾਂ ਨੇ ਜਿਹੜਾ ਪਾਉਂਟਾ ਸ਼ਹਿਰ ਸਾਰ ਮੌਰ ਰਿਆਸਤ ਵਿੱਚ ਜਿਹਨੂੰ ਨਾਹਨ ਕਹਿੰਦੇ ਹੈ, ਉੱਥੋਂ ਦੀ ਖਬਰਸਾਰ ਲਈ ਮੇਦਨੀ ਪ੍ਰਕਾਸ਼ ਦੇ ਕੋਲ ਜਾ ਕੇ ਕਾਲਿੰਦਰੀ ਤਟ ਕਰੇ ਬਿਲਾਸਾ। ਅਤੇ ਉੱਥੇ ਕਲਿੰਦਰੀ ਤਟ ਕਿਹੜਾ? ਕਲਿੰਦਰੀ ਹੈ ਜਮਨਾ ਨਦੀ। ਜਮਨਾ ਨਦੀ ਦੇ ਕਿਨਾਰੇ ਮਾਰੇ ਕਹਿੰਦੇ ਬਹੁਤ ਅਸਾਂ ਨੇ ਕੌਤਕ ਕੀਤੇ। ਬਾਬਾ ਰਾਮ ਰਾਏ ਨੇ ਵੀ ਇੱਥੇ ਆ ਕੇ ਮਾਫੀ ਮੰਗੀ ਸੀ। ਬਾਬਾ ਰਾਮ ਰਾਏ ਗੁਰੂ ਮਹਾਰਾਜ ਦੇ ਸਨ ਭਤੀਜੇ, ਉਂਝ ਵੱਡੇ ਸਨ ਮਹਾਰਾਜ ਤੋਂ ਉਮਰ ਕਰਕੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਲੱਗਦੇ ਸਨ ਚਾਚਾ ਜੀ ਬਾਬਾ ਰਾਮ ਰਾਏ ਜੀ ਦੇ। ਅਤੇ ਇਵੇਂ ਕਿਉਂਕਿ ਗੁਰੂ ਹਰ ਰਾਏ ਮਹਾਰਾਜ ਸਨ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ, ਅਤੇ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਗੁਰਦਿੱਤਾ ਜੀ ਦੋਨੋਂ ਭਰਾਤਾ ਜੀ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਹੋ ਗਏ ਗੁਰੂ ਗੋਬਿੰਦ ਸਿੰਘ ਜੀ, ਅਤੇ ਬਾਬਾ ਗੁਰਦਿੱਤਾ ਜੀ ਦੇ ਬਾਬਾ ਹਰ ਰਾਏ ਜੀ, ਅਤੇ ਬਾਬਾ ਹਰ ਰਾਏ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ। ਇਵੇਂ ਚਾਚੇ ਭਤੀਜੇ ਦਾ ਹੀ ਜਿਹੜਾ ਸੀ ਉਹ ਰਿਸ਼ਤਾ ਸੀ ਮਹਾਰਾਜ ਜੀ ਦਾ। ਅਤੇ ਜਦੋਂ ਜਮਨਾ ਵਿੱਚ ਉਹ ਇਤਿਹਾਸ 'ਚ ਆਉਂਦਾ ਵੀ ਗੁਰੂ ਸਾਹਿਬ ਅਤੇ ਬਾਬਾ ਰਾਮ ਰਾਏ ਜੀ ਜਦੋਂ ਮਾਫੀ ਮੰਗਣ ਆਏ ਨਾ, ਵੋਟ ਵਿੱਚ ਚੜ੍ਹੇ ਹੋਏ ਸਨ ਉਹ ਬੇੜੀ ਜੀ 'ਚ, ਅਤੇ ਮਾਫੀਆਂ ਮੰਗ ਰਹੇ, ਮਹਾਰਾਜ ਮਾਫ ਕਰਿਓ, ਗਲਤੀ ਹੋ ਗਈ, ਭੁੱਲ ਹੋ ਗਈ, ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਅਸੀਂ ਤੁਹਾਨੂੰ ਛੋਟੇ ਸਮਝਦੇ ਹਾਂ, ਪਰ ਮਹਾਰਾਜ ਤੁਸੀਂ ਤਾਂ ਗੁਰਤਾ ਦੇ ਮਾਲਕ ਹੋ, ਮਹਾਨ ਹੋ, ਤੁਸੀਂ ਅੱਗੇ ਭੁੱਲ ਗਲਤੀ ਹੋ ਗਈ ਹੈ। ਭਰਾਤਾ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਆਪਣੇ ਛੋਟੇ ਭਰਾਤਾ ਹੀ ਸਮਝ ਕੇ ਮਹਾਰਾਜ ਮਾੜੇ ਬੋਲ ਬੋਲੇ ਗਏ, ਮਾਫ ਕਰੋ ਸਾਨੂੰ, ਇਵੇਂ ਮਾਫੀਆਂ ਮੰਗ ਰਹੇ ਸਨ। ਉੱਧਰ ਕਿਨਾਰੇ 'ਤੇ ਖਲੋਤੇ ਜਿਹੜੇ ਮਸੰਦ ਬਾਬਾ ਰਾਮ ਰਾਏ ਜੀ ਦੇ ਉਹ ਟਿਚਰਾਂ ਕਰ ਰਹੇ ਸਨ ਮਹਾਰਾਜ ਜੀ ਨੂੰ, ਟੇਢਾ ਝਾਕਣ, ਹੰਕਾਰ 'ਚ ਵੀ ਬਾਬਾ ਰਾਮ ਰਾਏ 'ਤੇ ਵੱਡੇ, ਵੇਖੋ ਚਾਚੇ ਭਤੀਜੇ ਦਾ ਰਿਸ਼ਤਾ, ਐਵੇਂ ਗੱਲਾਂ ਬਾਤਾਂ ਜੀ ਕਰੀ ਜਾਣ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਅੰਤਰਜਾਮੀ ਸੱਚੇ ਪਾਤਸ਼ਾਹ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਬਾਬਾ ਰਾਮ ਰਾਏ ਜੀ ਨੂੰ ਕਹਿੰਦੇ ਵੇਖ ਰਾਮ ਰਾਏ, ਚਲੋ ਤੂੰ ਤਾਂ ਮਾਫੀ ਮੰਗ ਲਈ ਅਤੇ ਬਖਸ਼ਿਆ ਗਿਆ, ਬਖਸ਼ਿਆ ਜਾਏਗਾ। ਉਹ ਜਿਹੜੇ ਤੇਰੇ ਕਿਨਾਰੇ 'ਤੇ ਖਲੋਤੇ ਆ ਨਾ, ਟੇਢਾ ਝਾਕਦੇ ਮਸੰਦ ਤੇਰੇ, ਇਹ ਨਹੀਂ ਬਖਸ਼ੇ ਜਾਣਗੇ। ਫਿਰ ਉਹ ਸਾਰੇ ਮਸੰਦਾਂ ਨੂੰ ਕੜਾਹਿਆਂ 'ਚ ਪਾ ਸਾੜੇ ਸੀ ਮਹਾਰਾਜ ਜੀ ਨੇ। ਅਤੇ ਪਾਉਂਟਾ ਸਾਹਿਬ ਵਿਖੇ ਹੀ ਇੱਥੇ ਹੀ ਮਹਾਰਾਜ ਜੀ ਨੇ ਜਿਹੜਾ ਸ਼੍ਰੀਮਦ ਭਾਗਵਤ ਪੁਰਾਣ ਦਾ ਅਨੁਵਾਦ ਕੀਤਾ ਸੀ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੀ ਪ੍ਰਭ ਧਰਮ ਯੁੱਧ ਕੇ ਚਾਏ, ਇਹ ਵੀ ਉੱਥੇ ਅਨੁਵਾਦ ਕੀਤਾ ਭਾਗਵਤ ਪੁਰਾਣ ਦਾ ਪਾਉਂਟਾ ਸਾਹਿਬ ਹੀ। ਅਤੇ ਕਲਿੰਦਰੀ ਕਹੀ ਜਮਨਾ ਦੇ ਕਿਨਾਰੇ ਮਾਰ ਕਹਿੰਦੇ ਸਾਨੂੰ ਬਹੁਤ ਕੌਤਕ ਕੀਤੇ ਸਨ। ਅਨੇਕ ਭਾਂਤ ਕੇ ਪੇਖ ਤਮਾਸ਼ਾ। ਫਿਰ ਇਸ਼ਾਰੇ ਨਾਲ ਹੀ ਕਹਿ ਰਹੇ ਵੀ ਅਨੇਕਾਂ ਤਰ੍ਹਾਂ ਦੇ ਉੱਥੇ ਤਮਾਸ਼ੇ ਦੇਖੇ। ਇਹ ਜਿਹੜਾ ਮੇਦਨੀ ਪ੍ਰਕਾਸ਼ ਰਾਜਾ ਸੀ, ਇਹ ਮਹਾਰਾਜ ਜੀ ਨੂੰ ਕਹਿੰਦਾ ਸੀ ਮਹਾਰਾਜ ਤੁਹਾਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਲੀਲਾ ਵੀ ਜਿਹੜੀ ਹੈ ਨਾ ਉਹ ਦਿਖਾਉਣੀ ਹੈ, ਆਪ ਦੇਖੋ। ਫਿਰ ਜਿਵੇਂ ਕ੍ਰਿਸ਼ਨ ਭਗਵਾਨ ਨੇ ਲੀਲਾ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਇੱਥੇ ਵੇਖੀ ਸੀ ਜੀ ਆਪਣੇ ਪਾਉਂਟਾ ਸਾਹਿਬ ਹੀ। ਅਤੇ ਕਈ ਲੋਕ ਵੇਖ ਲਓ ਕਿੰਨੀਆਂ ਗੱਲਾਂ ਕਰਦੇ, ਐਂ ਜੀ ਤਿਉਂ ਜੀ, ਕ੍ਰਿਸ਼ਨ ਦਾ ਨਾਮ ਕੋ ਲੈ ਤਾ ਗੁਰਦੁਆਰਾ ਸਾਹਿਬ, ਇੱਦਾਂ ਲੋਕ ਰੌਲਾ ਪਾ ਕੇ ਬਹਿੰਦੇ ਹੈ। ਆਪਣਾ ਮੂੰਹ ਸਿਰ ਕੋਈ ਵੀ ਨਹੀਂ ਹੈਗਾ ਜਿਹੜੇ ਇਹੋ ਜਿਹੀਆਂ ਗੱਲਾਂ ਕਹਿੰਦੇ। ਅਤੇ ਗੁਰੂ ਸਾਹਿਬ ਜੀ ਨੇ ਸਾਰੀ ਉੱਥੇ ਲੀਲਾ ਵੇਖੀ ਸੀ,
ਤਾਂ ਕਰਕੇ ਇਸ਼ਾਰੇ ਨਾਲ ਹੀ ਕਹਿ ਰਹੇ ਵੀ ਅਨੇਕਾਂ ਤਰ੍ਹਾਂ ਦੇ ਉੱਥੇ ਤਮਾਸ਼ੇ ਅਸਾਂ ਨੇ ਦੇਖੇ। ਤਹ ਕੇ ਸਿੰਘ ਘਨੇ ਚੁਨ ਮਾਰੇ। ਉੱਥੇ ਪੌਂਟਾ ਸਾਹਿਬ ਜੰਗਲ ਦੇ ਜਿਹੜੇ ਸਿੰਘ ਕਹੀਏ ਸ਼ੇਰ ਹੈ, ਬਹੁਤ ਕਹਿੰਦੇ ਵੱਡੇ ਵੱਡੇ ਚੁਣ ਕੇ ਸਾਧ ਸੰਗਤ ਜੀ ਉੱਥੇ ਮਾਰੇ। ਆਧਾਰ ਕੀਤਾ ਸੀ ਗੁਰੂ ਸਾਹਿਬ, ਕੋਈ ਸ਼ੌਂਕੀਆ ਤੌਰ 'ਤੇ ਨਹੀਂ ਮਾਰਦੇ। ਇੱਕ ਤਾਂ ਗੁਰੂ ਸਾਹਿਬ ਹਨ ਛਤਰੀ, ਅਤੇ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ। ਛਤਰੀ ਸ਼ਸਤਰਧਾਰੀ ਹੁੰਦਾ। ਅਸੀਂ ਹੈ ਤਾਂ ਸਾਰੇ ਆਪਣਾ ਛਤਰੀ ਹਾਂ, ਪਰ ਸ਼ਸਤਰਧਾਰੀ ਆਪਾਂ ਕੋਈ ਨਹੀਂ ਹੈਗੇ, ਨਾਮ ਦੇ ਛਤਰੀ ਹਾਂ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਅਵਤਾਰ ਸਮੇਂ ਦੇ, ਅਤੇ ਛਤਰੀ ਵੀ ਹੈ ਮਹਾਰਾਜ, ਅਤੇ ਨਾਲੇ ਉਧਾਰ ਕਰਦੇ ਮਹਾਰਾਜ। ਕਿਤੇ ਐਵੇਂ ਸ਼ੌਂਕੀਆ ਤੌਰ 'ਤੇ ਨਹੀਂ ਮਾਰ ਕੇ ਤੇ ਸੁੱਟਤਾ। ਗੁਰੂ ਸਾਹਿਬ ਜਿਹਨੂੰ ਤੱਕ ਲੈਣ ਉਹਦਾ ਹੀ ਉਧਾਰ ਹੋ ਜਾਂਦਾ। ਜਿਹਨੂੰ ਗੁਰੂ ਸਾਹਿਬ ਦਾ ਤੀਰ ਭੇਟਾ ਹੋਵੇ ਉਹਦੀ ਕਿੰਨਾ ਭਲਾ ਹੋਊ। ਇਵੇਂ ਬਹੁਤ ਸ਼ੇਰ ਉੱਥੇ ਮਹਾਰਾਜ ਕਹਿੰਦੇ ਸਨ ਮਾਰੇ ਸ਼ਿਕਾਰ ਵਜੋਂ। ਰੋਜ਼ ਰੀਸ਼ ਬਹੁ ਭਾਂਤ ਬਿਦਾਰੇ। ਰੋਜ਼ ਜਿਹੜੀਆਂ ਨੀਲ ਗਾਂ ਹੈ, ਗਾਂ ਦੇ ਮੂੰਹ ਵਰਗਾ ਹੁੰਦਾ ਇਹਨਾਂ ਦਾ ਮੂੰਹ, ਰੋਜ਼ ਹੁੰਦੇ ਉਹਨਾਂ। ਰੋਜ਼ ਕਿਹਾ ਜਾਂਦਾ ਗਾਏ ਗਵੈ ਨੀਲ ਗਾਏ, ਜੋ ਮਰਜ਼ੀ ਕਹਿ ਲਓ। ਐਵੇਂ ਰੋਜ਼ ਰਿੱਛ ਬਹੁਤ ਸਾਧ ਸੰਗਤ ਜੀ ਉੱਥੇ ਮਾਰੇ ਹੈ, ਸ਼ਿਕਾਰ ਕੀਤਾ ਹੈ ਇਹਨਾਂ ਦਾ। ਫਤਿਹ ਸਾਹ ਕੋਪਾ ਤਬ ਰਾਜਾ। ਹੁਣ ਗੁਰੂ ਸਾਹਿਬ ਇੱਥੇ ਗੱਲ ਉੱਥੇ ਲਿਆ ਰਹੇ ਫਤਿਹ ਸ਼ਾਹ। ਜਿਹੜਾ ਫਤਿਹ ਸ਼ਾਹ ਸੀ ਨਾ, ਗੜਵਾਲ ਰਿਆਸਤ ਦਾ ਰਾਜਾ, ਇਹ ਭੀਮ ਚੰਦ ਦਾ ਕੁੜਮ, ਉਹ ਤਦੋਂ ਫਿਰ ਰਾਜਾ ਕੋਪਿਆ ਸਾਡੇ 'ਤੇ ਕ੍ਰੋਧਿਤ ਹੋਇਆ ਬਿਨਾਂ ਗੱਲ ਤੋਂ ਹੀ। ਲੋਹ ਪਰਾ ਹਮ ਸੋ ਬਿਨ ਕਾਜਾ। ਇਹ ਤਾਂ ਜਿਹੜਾ ਲੋਹ ਪਰਾ ਹਮ ਸੋ ਬਿਨ ਕਾਜਾ, ਬਿਨਾਂ ਕਾਰਨ ਹੀ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਚਨਚੇਤ ਹੀ ਆ ਸਾਡੇ ਨਾਲ ਲੋਹਾ ਪੈ ਗਿਆ, ਸਾਡੇ ਨਾਲ ਉਹਦਾ ਝਗੜਾ ਪੈ ਗਿਆ, ਚੜ੍ਹਾਈ ਕਰਕੇ ਆ ਗਿਆ। ਤਾਂ ਫਤਿਹ ਸ਼ਾਹ ਉੱਥੇ ਗੁੱਸਾ ਜਿਹਾ ਕਰਕੇ ਉਹਦਾ ਸਿਖਾਇਆ ਹੋਇਆ ਵੀ ਮੇਰੀ ਤੇਰੀ ਤਾਂ ਬਣਦੀ ਹੈ ਜੇ ਤੂੰ ਗੁਰੂ ਗੋਬਿੰਦ ਸਿੰਘ ਅੱਗੇ ਹੋ ਕੇ ਲੜੇ ਤਾਂ। ਅਤੇ ਫਿਰ ਮਹਾਰਾਜ ਕਹਿੰਦੇ ਲੋਹ ਪਰਾ ਹਮ ਸੋ ਬਿਨ ਕਾਜਾ, ਬਿਨਾਂ ਕੰਮ ਤੋਂ ਹੀ ਸਾਡਾ ਕੋਈ ਇਹਦੇ ਨਾਲ ਗੱਲਬਾਤ ਕੋਈ ਨਹੀਂ ਹੋਈ ਹੈ। ਅਤੇ ਬਿਨਾਂ ਵਜ੍ਹਾ ਹੀ ਇੱਥੇ ਆ ਕੇ ਇਹਨੇ ਜੰਗ ਸ਼ੁਰੂ ਕਰ ਲਈ, ਭੰਗਾਣੀ ਦੀ ਜੰਗ। ਅੱਗੇ ਜੰਗ ਵੀ ਆ ਹੀ ਰਹੀ ਹੈ, ਕੱਲ੍ਹ ਆਪਾਂ ਸਰਵਣ ਕਰਾਂਗੇ। ਉੱਥੇ ਜੰਗ ਛੋੜ ਲਿਆ। ਫਿਰ ਮੂੰਹ ਦੀ ਖਾ ਕੇ ਫਤਿਹ ਸ਼ਾਹ ਨੂੰ ਜਾਣਾ ਪਿਆ ਸੀ, ਮਾਰ ਖਾ ਕੇ। ਜਿਵੇਂ ਸਤਿਗੁਰੂ ਜੀ ਦੇ ਨਾਲ ਬਿਨਾਂ ਗੱਲ ਤੋਂ ਹੀ ਇਹਨੇ ਜਿਹੜਾ ਫਾ ਲਿਆ ਸੀ ਫਤਿਹ ਸ਼ਾਹ ਨੇ, ਅਤੇ ਫਿਰ ਮਾਰ ਪਈ, ਅਤੇ ਫਿਰ ਮਾਰ ਖਾ ਕੇ ਵਾਪਸ ਗਿਆ ਸੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਜਿਹੜੀ ਜੰਗ ਸਾਰੀ ਲਿਖਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਤਹ ਕੇ ਸਿੰਘ ਘਨੇ ਚੁਨ ਮਾਰੇ। ਰੋਜ਼ ਰੀਸ਼ ਬਹੁ ਭਾਂਤ ਬਿਦਾਰੇ। ਫਤਿਹ ਸਾਹ ਕੋਪਾ ਤਬ ਰਾਜਾ। ਲੋਹ ਪਰਾ ਹਮ ਸੋ ਬਿਨ ਕਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।